हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ 6ਵੇਂ ਚੈਪਟਰ ਮਨੋਮਾਜਰਾ ਜਿਸ ਐਸੇ ਨੂੰ ਖੁਸ਼ਵੰਤ ਸਿੰਘ ਨੇ ਲਿਖਿਆ ਹੋਇਆ ਹੈ। ਇਸ ਐਸੇ ਦੀ ਅਸੀਂ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕਵਰ ਕਰਾਂਗੇ। ਇਹ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਪਹਿਲਾ ਵੀਡੀਓ ਹੋਏਗਾ। ਤਾਂ ਬੇਟਾ ਤੁਹਾਡਾ ਡੀਅਰ ਟੂ ਆਲ ਦਾ ਮਿਊਜ਼ਿਕ ਦਾ ਜਿਹੜਾ 6ਵਾਂ ਚੈਪਟਰ ਹੈ ਉਹ ਹੈ ਮਨੋਮਾਜਰਾ। ਖੁਸ਼ਵੰਤ ਸਿੰਘ ਦਾ ਲਿਖਿਆ ਹੋਇਆ ਚੈਪਟਰ ਹੈ ਜੀ ਇਹ। ਨਾਓ ਤੁਸੀਂ ਖੁਸ਼ਵੰਤ ਸਿੰਘ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਹੋ। +1 ਕਲਾਸ ਦੇ ਵਿੱਚ ਤੁਸੀਂ ਇਹਨਾਂ ਦਾ ਚੈਪਟਰ ਪੜ੍ਹਿਆ ਦਾ ਪੋਰਟਰੇਟ ਆਫ ਅ ਲੇਡੀ, ਜਿਹਦੇ ਵਿੱਚ ਉਹਨਾਂ ਨੇ ਆਪਣੇ ਦਾਦੀ ਜੀ ਦੇ ਬਾਰੇ ਦੱਸਿਆ ਸੀ। ਕਾਫੀ ਡਿਟੇਲ 'ਚ ਆਪਾਂ ਪੜ੍ਹਿਆ ਸੀ ਚੈਪਟਰ ਇਹ। ਤਾਂ ਥੋੜਾ ਜਿਹਾ ਇੰਟਰੋਡਕਟਰੀ ਪੈਰਾਗ੍ਰਾਫ ਪਹਿਲਾਂ ਪੜ੍ਹ ਲੈਂਦੇ ਹਾਂ ਕਿ ਖੁਸ਼ਵੰਤ ਸਿੰਘ ਨਾਵਲਿਸਟ, ਹਿਸਟੋਰੀਅਨ, ਬਾਇਓਗ੍ਰਾਫਰ, ਟਰਾਂਸਲੇਟਰ ਐਂਡ ਰਾਈਟਰ ਆਫ ਸ਼ਾਰਟ ਸਟੋਰੀਜ਼। ਨਾਵਲ ਲਿਖਦੇ हैं ਜੀ, ਇਤਿਹਾਸਕਾਰ ਨੇ, ਬਾਇਓਗ੍ਰਾਫੀ ਆਟੋਬਾਇਓਗ੍ਰਾਫੀ ਸਵੈ ਜੀਵਨੀ ਨੂੰ ਕਹਿੰਦੇ ਨੇ। ਜੇ ਕਿਸੇ ਹੋਰ ਦੀ ਆਪਾਂ ਲਿਖੀਏ ਤਾਂ ਉਸ ਨੂੰ ਆਪਾਂ ਬਾਇਓਗ੍ਰਾਫਰ ਕਹਿੰਦੇ ਹਾਂ, ਮਤਲਬ ਕਿਸੇ ਹੋਰ ਦੀਆਂ ਜੀਵਨੀਆਂ ਜਿਹੜਾ ਲਿਖਦਾ ਉਹਨੂੰ ਆਪਾਂ ਬਾਇਓਗ੍ਰਾਫਰ ਕਹਿੰਦੇ। ਟਰਾਂਸਲੇਟਰ ਮਤਲਬ ਇਹਨਾਂ ਨੇ ਟਰਾਂਸਲੇਸ਼ਨ ਵੀ ਕੀਤੀ ਹੈ, ਭਾਸ਼ਾਵਾਂ ਦਾ ਅਨੁਵਾਦ ਕੀਤਾ ਹੈ ਇੱਕ ਤੋਂ ਦੂਜੀ ਦੇ ਵਿੱਚ, ਅਤੇ ਸ਼ਾਰਟ ਸਟੋਰੀਜ਼ ਵੀ ਲਿਖੀਆਂ ਨੇ। ਹੀ ਵਾਜ਼ ਐਜੂਕੇਟਿਡ ਇਨ ਲਾਹੌਰ ਐਂਡ ਸਟੱਡੀਡ ਲਾਅ ਇਨ ਲੰਡਨ। ਲਾਹੌਰ 'ਚ ਪੜ੍ਹੇ ਨੇ ਜੀ ਇਹ, ਅਤੇ ਲੰਡਨ ਦੇ ਵਿੱਚ ਇਹਨਾਂ ਨੇ ਲਾਅ ਕੀਤੀ ਹੈ, ਕਾਨੂੰਨ ਦੀ ਪੜ੍ਹਾਈ ਕੀਤੀ ਹੈ। Some of his books are The Mark of Vishnu and Other Stories, I Shall Not Hear the Nightingale, A Bride for the Sahab and Other Stories। ਇੱਥੇ ਕੁਛ ਇਹਨਾਂ ਦੀਆਂ ਬੁੱਕਸ ਦਾ ਨਾਮ ਲਿਖਿਆ ਹੋਇਆ ਜੀ, ਨਾਲ ਉਹਨਾਂ ਦਾ ਪਬਲਿਸ਼ਿੰਗ ਈਅਰ ਵੀ ਲਿਖਿਆ ਹੋਇਆ। The Train to Pakistan, from which this extract has been taken, is one of the few important creative works on the partition of India। ਹੁਣ ਇਹ ਜਿਹੜਾ ਬੇਟਾ ਤੁਹਾਡਾ ਚੈਪਟਰ ਹੈ ਨਾ ਮਨੋਮਾਜਰਾ, ਇਹ ਜਿਹੜਾ ਚੈਪਟਰ ਹੈ ਇਹਨਾਂ ਦੀ ਇੱਕ ਬੁੱਕ ਤੋਂ ਲਿਆ ਗਿਆ ਹੈ ਜਿਸ ਬੁੱਕ ਦਾ ਨਾਮ ਹੈ ਦ ਟ੍ਰੇਨ ਟੂ ਪਾਕਿਸਤਾਨ। ਦ ਟ੍ਰੇਨ ਟੂ ਪਾਕਿਸਤਾਨ ਇਹਨਾਂ ਦੀ ਬੁੱਕ ਹੈ, ਜਿਹਦੇ ਵਿੱਚੋਂ ਇਹ ਐਕਸਟ੍ਰੈਕਟ ਲਿਆ ਗਿਆ। ਐਕਸਟ੍ਰੈਕਟ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਹੜਾ ਛੋਟਾ ਹਿੱਸਾ ਹੁੰਦਾ ਹੈ ਕਿਸੇ ਵੱਡੀ ਚੀਜ਼ ਦਾ, ਕਹਾਣੀ ਦਾ, ਉਹਨੂੰ ਆਪਾਂ ਐਕਸਟ੍ਰੈਕਟ ਕਹਿੰਦੇ ਹਾਂ। ਮਤਲਬ ਇਹ ਛੋਟਾ ਜਿਹਾ ਚੈਪਟਰ ਕਿਸ ਚੋਂ ਲਿਆ ਗਿਆ? ਦ ਟ੍ਰੇਨ ਟੂ ਪਾਕਿਸਤਾਨ। ਅੱਛਾ, ਮੈਂ ਇੱਕ ਹੋਰ ਦੱਸਾਂ, ਇਸ ਤੇ ਫਿਲਮ ਵੀ ਬਣੀ ਹੋਈ ਹੈ। ਹੁਣ ਇਹ ਜਿਹੜੀ ਦ ਟ੍ਰੇਨ ਟੂ ਪਾਕਿਸਤਾਨ ਹੈ ਮੂਵੀ ਜਾਂ ਇਹ ਜਿਹੜਾ ਬੁੱਕ ਹੈ, ਇਹ ਕਿਸ ਦੇ ਬੇਸਡ ਹੈ? ਇਹ ਬੇਸਡ ਹੈ ਇੰਡੀਆ ਪਾਰਟੀਸ਼ਨ ਜਿਹੜੀ ਹੋਈ ਹੈ 47 ਦੇ ਵਿੱਚ, ਉਹਦੇ ਬੇਸ ਤੇ। ਤਾਂ ਸਾਰਾ ਉਹਦਾ ਪਿਛੋਕੜ ਹੈ। ਤਾਂ ਉਸ ਬੁੱਕ ਦੇ ਵਿੱਚੋਂ ਇਹ ਛੋਟਾ ਜਿਹਾ ਹਿੱਸਾ ਲਿਆ ਗਿਆ। ਵਾਈਲ ਰੀਡਿੰਗ ਦਾ ਪੈਸੇਜ ਪੇ ਸਪੈਸ਼ਲ ਅਟੈਂਸ਼ਨ ਟੂ ਦਾ ਡਿਟੇਲਸ ਦੀ ਆਥਰ ਗਿਵਸ ਅਬਾਊਟ ਲਾਈਫ ਇਨ ਮਨੋਮਾਜਰਾ। ਹੁਣ ਜਿਹੜਾ ਮਨੋਮਾਜਰਾ ਇੱਕ ਪਿੰਡ ਦੀ ਲਾਈਫ ਦਿਖਾਈ ਗਈ ਹੈ। ਕਹਿੰਦੇ ਜਦੋਂ ਤੁਸੀਂ ਇਹ ਐਕਸਟ੍ਰੈਕਟ ਪੜ੍ਹੋਗੇ, ਚੈਪਟਰ ਪੜ੍ਹੋਗੇ, ਤਾਂ ਪੇ ਸਪੈਸ਼ਲ ਅਟੈਂਸ਼ਨ, ਕਿ ਧਿਆਨ ਦਿਓ ਕਿ ਆਥਰ ਨੇ ਕਿਸ ਤਰ੍ਹਾਂ ਮਨੋਮਾਜਰਾ ਦੀ ਲਾਈਫ ਦੇ ਬਾਰੇ ਦੱਸਿਆ। ਇਜ਼ ਦਿਸ ਲਾਈਫ ਐਨ ਐਕਸਾਈਟਿੰਗ ਵਨ? ਕੀ ਇਹ ਲਾਈਫ ਬੜੀ ਐਕਸਾਈਟਿੰਗ ਹੈ, ਮਤਲਬ ਕਿ ਸਾਨੂੰ ਦਿਲਚਸਪੀ ਪ੍ਰਦਾਨ ਕਰਦੀ ਹੈ ਇਹ ਕਿ ਇਸ ਤਰ੍ਹਾਂ ਦੀ ਲਾਈਫ ਹੈ ਇਹ। ਹਾਊ ਡੂ ਦਾ ਟ੍ਰੇਨਸ ਐਂਡ ਦਾ ਸਟੇਸ਼ਨ ਅਫੈਕਟ ਲਾਈਫ ਇਨ ਮਨੋਮਾਜਰਾ? ਮਨੋਮਾਜਰਾ ਦੇ ਨਾਲ ਹੀ ਬੇਟਾ ਜਦੋਂ ਆਪਾਂ ਚੈਪਟਰ ਪੜਾਂਗੇ ਤਾਂ ਉੱਥੇ ਇੱਕ ਰੇਲਵੇ ਸਟੇਸ਼ਨ ਹੈ। ਸਾਡੇ ਕਈ ਪਿੰਡਾਂ ਦੇ ਨੇੜੇ ਤੇੜੇ ਰੇਲਵੇ ਸਟੇਸ਼ਨ ਹੁੰਦੇ ਨੇ। ਤਾਂ ਉਹ ਰੇਲਵੇ ਸਟੇਸ਼ਨ ਹੈ ਜਿਹੜਾ, ਤੇ ਉੱਥੇ ਆਉਣ ਵਾਲੀਆਂ ਜਿਹੜੀਆਂ ਟ੍ਰੇਨਸ ਨੇ ਉਹ ਕਿਸ ਤਰ੍ਹਾਂ ਮਨੋਮਾਜਰੇ ਦੀ ਲਾਈਫ ਨੂੰ ਅਫੈਕਟ ਕਰਦੀਆਂ ਨੇ, ਕਿਸ ਤਰ੍ਹਾਂ ਅਸਰ ਪਾਉਂਦੀਆਂ ਨੇ ਮਨੋਮਾਜਰਾ ਦੀ ਜ਼ਿੰਦਗੀ ਦੇ ਉੱਪਰ, ਉਸ ਪਿੰਡ ਦੀ ਜ਼ਿੰਦਗੀ ਦੇ ਉੱਪਰ, ਇਹਦੇ ਬਾਰੇ ਦੱਸਿਆ। ਤਾਂ ਜਸਟ ਆਪਾਂ ਇਹ ਦੇਖੀਏ ਤਾਂ ਇਸ ਚੈਪਟਰ ਦੇ ਵਿੱਚ ਇੱਕ ਮਨੋਮਾਜਰਾ ਪਿੰਡ ਹੈ, ਉਸ ਦੇ ਬਾਰੇ ਰਾਈਟਰ ਨੇ ਦੱਸਿਆ ਕਿ ਉੱਥੇ ਦੇ ਲੋਕਾਂ ਦੀ ਲਾਈਫ ਕਿੱਦਾਂ ਦੀ ਹੈ, ਲੋਕ ਕਿੱਦਾਂ ਦੇ ਰਹਿੰਦੇ ਨੇ। ਉਹਦੇ ਵਿੱਚ ਹੀ ਇੱਕ ਰੇਲਵੇ ਸਟੇਸ਼ਨ ਹੈ ਉਹਦੇ ਕੋਲੇ, ਉੱਥੇ ਟ੍ਰੇਨਸ ਆਉਂਦੀਆਂ ਨੇ, ਤਾਂ ਟ੍ਰੇਨਸ ਦੇ ਨਾਲ ਲੋਕਾਂ ਦੀ ਲਾਈਫ ਕਿਵੇਂ ਜੁੜੀ ਹੋਈ ਹੈ, ਸਾਰਾ ਕੁਝ ਇਸ ਚੈਪਟਰ ਦੇ ਵਿੱਚ। ਇੰਟਰਸਟਿੰਗ ਚੈਪਟਰ ਹੈ। ਤਾਂ ਜਿਵੇਂ ਬੇਟਾ ਆਪਾਂ ਪਹਿਲਾਂ ਵੀ ਚੈਪਟਰਸ ਪੜ੍ਹੇ ਆ ਤਾਂ ਉਹ ਪੁਆਇੰਟਸ ਦੇ ਵਿੱਚ ਹੈ, ਵੀ ਪੁਆਇੰਟਸ ਦੇ ਵਿੱਚ ਹੈ। ਤਾਂ ਪਹਿਲਾ ਜਿਹੜਾ ਹੈ ਦੇਖੋ, ਮਨੋਮਾਜਰਾ ਇਜ਼ ਅ ਟਾਈਨੀ ਪਲੇਸ। ਟਾਈਨੀ ਦਾ ਮਤਲਬ ਕੀ ਹੁੰਦਾ ਬੇਟਾ? ਸਮॉल, ਛੋਟਾ, ਛੋਟੀ ਜਿਹੀ ਜਗ੍ਹਾ ਹੈ, ਛੋਟਾ ਜਿਹਾ ਪਿੰਡ ਹੈ। ਇਟ ਹੈਜ਼ ਓਨਲੀ 3 ਬ੍ਰਿਕ ਬਿਲਡਿੰਗਸ। ਇਸ ਦੀਆਂ ਕੇਵਲ 3 ਬ੍ਰਿਕ ਬਿਲਡਿੰਗਸ ਨੇ। ਬ੍ਰਿਕ ਦਾ ਮਤਲਬ ਕੀ ਹੁੰਦਾ? ਇੱਟਾਂ। ਇੱਟਾਂ ਦੀਆਂ ਬਣੀਆਂ ਹੋਈਆਂ ਪੂਰੇ ਪਿੰਡ 'ਚ ਕਿੰਨੀਆਂ ਬਿਲਡਿੰਗਸ ਨੇ ਜੀ? 3, ਸਿਰਫ 3। ਵਨ ਆਫ ਵਿਚ ਇਜ਼ ਦਾ ਹੋਮ ਆਫ ਦਾ ਮਨੀ ਲੈਂਡਰ ਲਾਲਾ ਰਾਮ ਲਾਲ। ਉਹਨਾਂ ਦੇ ਵਿੱਚੋਂ ਇੱਕ ਬਿਲਡਿੰਗ ਕਿਹਦੀ ਹੈ? ਘਰ ਹੈ ਜੀ ਲਾਲਾ ਰਾਮ ਲਾਲ ਦਾ, ਜੋ ਕੌਣ ਹੈ? ਮਨੀ ਲੈਂਡਰ ਹੈ, ਸ਼ਾਹੂਕਾਰ ਹੈ। ਲਾਲਾ ਰਾਮ ਲਾਲ ਨੂੰ ਥੋੜਾ ਜਿਹਾ ਅੰਡਰਲਾਈਨ ਕਰ ਲਿਓ ਬਿਕੋਜ਼ ਇਟਸ ਅ ਨੇਮ ਆਫ ਅ ਕਰੈਕਟਰ। The other two are the Sikh temple and the mosque। ਦੂਜੀਆਂ ਜਿਹੜੀਆਂ 2 ਬਿਲਡਿੰਗਸ ਨੇ ਉਹਨਾਂ ਚੋਂ ਇੱਕ ਗੁਰਦੁਆਰਾ ਸਾਹਿਬ ਹੈ ਤੇ ਦੂਜੀ ਮਸਜਿਦ। ਯਾਨੀ ਕਿ ਪੂਰੇ ਪਿੰਡ 'ਚ 3 ਪੱਕੀਆਂ ਇਮਾਰਤਾਂ ਨੇ।
दो धार्मिक स्थान ने, एक पर्सनल घर है किसदा, लाला राम लाल पूरे पिंड च। The three brick buildings enclose a triangular common with a large people tree in the middle। ਹੁਣ ਸਮਝੋ जरा, ਇਹ ਜਿਹੜੀਆਂ ਤਿੰਨੇ ਇੱਟਾਂ ਵਾਲੀਆਂ ਬਿਲਡਿੰਗਸ ਨੇ, ਪੱਕੀਆਂ ਬਿਲਡਿੰਗ ਨੇ, ਇਹਨਾਂ ਨੇ ਐਨਕਲੋਜ਼, ਐਨਕਲੋਜ਼ ਦਾ ਮਤਲਬ ਹੁੰਦਾ ਬੇਟਾ ਘੇਰਿਆ ਹੋਣਾ, ਜਿਹਨੂੰ ਤੁਸੀਂ ਸਰਾਊਂਡ ਕਹਿ ਸਕਦੇ ਹੋ ਇੰਗਲਿਸ਼ ਦੇ ਵਿੱਚ। ਤਾਂ ਉਹਨਾਂ ਨੇ ਟ੍ਰਾਇੰਗੂਲਰ ਤਰੀਕੇ ਨਾਲ, ਟ੍ਰਾਇੰਗਲ ਹੁੰਦੀ ਹੈ ਨਾ, ਤਿਕੋਣ ਹੁੰਦੀ ਹੈ, ਤਾਂ ਤਿਕੋਣੀ ਤਰੀਕੇ ਦੇ ਨਾਲ ਇਹਨਾਂ ਤਿੰਨੇ ਬਿਲਡਿੰਗਸ ਨੇ ਇੱਕ ਕਾਮਨ ਘੇਰਿਆ ਹੋਇਆ ਨਾ। ਉੱਥੇ ਕਾਮਨ ਦਾ ਮਤਲਬ ਕੀ ਹੈ ਬੇਟਾ, ਇੱਥੇ ਕਾਮਨ ਦਾ ਮਤਲਬ ਆਮ ਨਹੀਂ ਹੈ। ਕਾਮਨ ਦਾ ਮਤਲਬ ਇੱਥੇ ਤੁਸੀਂ ਕਿਸੇ ਗਰਾਊਂਡ ਨੂੰ ਕਹਿ ਸਕਦੇ ਹੋ, ਜਗ੍ਹਾ ਨੂੰ ਕਹਿ ਸਕਦੇ। ਤੇ ਕਾਮਨ ਦਾ ਮਤਲਬ ਕੀ ਹੈ, ਗਰਾਊਂਡ। ਇਹ ਧਿਆਨ ਰੱਖਿਓ, ਆਮ ਤੌਰ ਤੇ ਆਪਾਂ ਕਹਿ ਦਿੰਦੇ ਹਾਂ ਕਾਮਨ ਦਾ ਮਤਲਬ ਕੀ ਹੁੰਦਾ, ਆਮ ਜੀ ਚੀਜ਼ ਹੈ ਨਾ, ਕਾਮਨ ਜੀ ਚੀਜ਼। ਲੇਕਿਨ ਇੱਥੇ ਕਾਮਨ ਦਾ ਮਤਲਬ ਗਰਾਊਂਡ ਹੈ ਕਿ ਇਹਨਾਂ ਨੇ ਇੱਕ ਮੈਦਾਨ ਨੂੰ, ਇਹਨਾਂ ਤਿੰਨੇ ਬਿਲਡਿੰਗਸ ਨੇ ਤਿਕੋਣੀ ਸ਼ੇਪ 'ਚ ਘੇਰਿਆ ਹੋਇਆ ਹੈ, ਅਤੇ ਉਸ ਮੈਦਾਨ ਦੇ ਬਿਲਕੁਲ ਮਿਡਲ 'ਚ ਕੀ ਹੈ, ਪੀਪਲ ਟਰੀ, ਪਿੱਪਲ ਦਾ ਦਰਖਤ ਹੈ ਜੀ। ਹੁਣ ਤੁਸੀਂ ਇੱਕ ਗੱਲ ਨੋਟ ਕਰਿਓ, ਇਸ ਚੈਪਟਰ ਦੇ ਵਿੱਚ ਨਾ ਖੁਸ਼ਵੰਤ ਸਿੰਘ ਜੀ ਨੇ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਰਡਸ ਯੂਜ਼ ਕਰੇ। ਪੀਪਲ ਦਾ ਇੰਗਲਿਸ਼ ਵਰਜ਼ਨ ਹੈ, ਲੇਕਿਨ ਉਹਨਾਂ ਨੇ ਪੀਪਲ ਨੂੰ ਪੀਪਲ ਹੀ ਕਿਹਾ, ਇੰਗਲਿਸ਼ ਨਾਮ ਨਹੀਂ ਲਿਖਿਆ ਪੀਪਲ ਦਾ। ਤੇ ਸਿਰਫ ਇਹ ਹਿੰਦੀ ਪੰਜਾਬੀ ਦੇ ਵਰਡਸ ਨਹੀਂ ਯੂਜ਼ ਕਰੇ, ਗ੍ਰੀਕ ਵਰਡਸ ਵੀ ਯੂਜ਼ ਕਰਿਆ, ਤੁਹਾਨੂੰ ਮੈਂ ਦੱਸੂਗਾ। ਤਾਂ ਇਸ ਚੈਪਟਰ ਦੇ ਵਿੱਚ ਖਾਸੀਅਤ ਹੈ। ਖੁਸ਼ਵੰਤ ਸਿੰਘ ਬਹੁਤ ਹੀ ਵਧੀਆ ਰਾਈਟਰ ਨੇ। ਬਿਲਕੁਲ ਮਿਡਲ 'ਚ ਕਿਹੜਾ ਦਰਖਤ ਖੜਾ ਹੈ, ਤਿੰਨੇ ਬਿਲਡਿੰਗਸ ਦੇ ਪੀਪਲ ਦਾ ਦਰਖਤ ਖੜਾ। The rest of the village is a cluster of flat roofed mud huts and low walled courtyards। ਜਿਹੜਾ ਬਾਕੀ ਪਿੰਡ ਹੈ, the rest of the village, ਉਹ ਇੱਕ ਕਲਸਟਰ ਹੈ। ਕਲਸਟਰ ਦਾ ਮਤਲਬ ਤੁਸੀਂ ਕਹਿ ਸਕਦੇ ਹੋ ਗਰੁੱਪ ਨੂੰ ਕਿਹਾ ਜਾਂਦਾ, ਵੈਸੇ ਸਮੂਹ ਨੂੰ ਕਿਹਾ ਜਾਂਦਾ। ਇੱਕ ਕਲਸਟਰ ਹੈ ਕਾਹਦਾ, ਫਲੈਟ ਰੂਫਡ ਮਡ ਹਟਸ। ਮਡ ਹਟਸ, ਮਡ ਦਾ ਮਤਲਬ ਕੀ ਹੁੰਦਾ, ਗਾਰਾ, ਕੱਚੇ ਘਰ ਹੁੰਦੇ ਸੀ, ਉਹਨਾਂ ਨੂੰ ਆਪਾਂ ਮਡ ਹਟਸ ਕਹਿੰਦੇ। ਤਾਂ ਮਡ ਹਟਸ ਉਹਨਾਂ ਦੀ ਜਿਹੜੀ ਫਲੈਟ ਰੂਫ ਹੁੰਦੀ ਸੀ, ਫਲੈਟ ਰੂਫ ਦਾ ਮਤਲਬ ਬਿਲਕੁਲ ਸਿੱਧੀ ਜੀ ਰੂਫ ਹੁੰਦੀ ਸੀ, ਰੂਫ ਦਾ ਮਤਲਬ ਛੱਤ। ਤਾਂ ਫਲੈਟ ਰੂਫਡ ਮਡ ਹਟਸ ਸੀਗੇ ਬਾਕੀ ਸਾਰੇ ਪਿੰਡ 'ਚ, ਮਤਲਬ ਸਾਰਿਆਂ ਦੇ ਕੱਚੇ ਘਰ ਸੀ। ਪੱਕੇ ਘਰ ਤਾਂ ਤਿੰਨ ਹੀ ਸੀਗੇ, ਐਕਚੁਅਲੀ ਤਾਂ ਘਰ ਇੱਕੋ ਹੀ ਸੀ ਪੱਕਾ, ਲਾਲਾ ਰਾਮ ਲਾਲ ਦਾ। ਬਾਕੀ ਦੋ ਤਾਂ ਗੁਰਦੁਆਰਾ ਸਾਹਿਬ ਤੇ ਮੌਸਕ ਸੀਗੀਆਂ, ਬਾਕੀ ਸਾਰਿਆਂ ਦੇ ਘਰ ਕਿਹੜੇ ਸੀ ਜੀ, ਕੱਚੇ ਮਡ ਹਟ ਸੀਗੇ। ਅਤੇ ਉਹਨਾਂ ਦੀ ਇੱਕ ਲੋ ਵਾਲਡ ਕੋਰਟਯਾਰਡ, ਕੋਰਟਯਾਰਡ ਦਾ ਮਤਲਬ ਕੀ ਹੁੰਦਾ ਬੇਟਾ, ਵਿਹੜਾ, ਜਿਸ ਦੀ ਚਾਰ ਦੀਵਾਰੀ ਛੋਟੀ ਜੀ ਹੁੰਦੀ ਸੀ। ਲੋ ਵਾਲਡ ਮਤਲਬ ਲੰਬੀ ਨਹੀਂ ਸੀ ਹੁੰਦੀ ਵਾਲ ਉਹਨਾਂ ਦੀ, ਕੋਰਟਯਾਰਡ ਦੀ ਚਾਰ ਦੀਵਾਰੀ, ਛੋਟੀ ਜੀ ਚਾਰ ਦੀਵਾਰੀ ਵਾਲੇ ਕੋਰਟਯਾਰਡ ਹੁੰਦੇ ਸੀਗੇ। ਐਦਾਂ ਦੇ ਘਰ ਸੀਗੇ। ਵਿਚ ਫਰੰਟ ਔਨ ਨੈਰੋ ਲੇਨਸ ਦੈਟ ਰੇਡੀਏਟ ਫਰੋਮ ਦਾ ਸੈਂਟਰ। ਹੁਣ ਪਿੰਡ ਦੇ ਬਿਲਕੁਲ ਸੈਂਟਰ ਦੇ ਵਿੱਚੋਂ ਨੈਰੋ ਲੇਨਸ ਨਿਕਲਦੀਆਂ ਸੀ। ਲੇਨ ਦਾ ਮਤਲਬ ਕੀ ਹੁੰਦਾ ਬੇਟਾ, ਰਸਤੇ, ਛੋਟੇ ਛੋਟੇ ਰਸਤੇ। ਲੇਨ ਦਾ ਮਤਲਬ ਰਸਤਾ, ਨੈਰੋ ਦਾ ਮਤਲਬ ਛੋਟਾ ਰਸਤਾ। ਪਿੰਡ ਦੇ ਸੈਂਟਰ ਦੇ ਵਿੱਚੋਂ ਨੈਰੋ ਲੇਨਸ ਨਿਕਲਦੀਆਂ ਸੀਗੀਆਂ, ਉਹਨਾਂ ਦੇ ਨਾਲ ਐਦਾਂ ਦੇ ਘਰ ਬਣੇ ਹੋਏ ਸੀ। ਰੇਡੀਏਟ ਦਾ ਮਤਲਬ ਹੁੰਦਾ ਜਦੋਂ ਕੋਈ ਚੀਜ਼ ਕਿਤੋਂ ਨਿਕਲਦੀ ਹੈ, ਠੀਕ ਹੈ, ਉਹਨੂੰ ਆਪਾਂ ਰੇਡੀਏਟ ਕਹਿੰਦੇ ਹਾਂ। Soon the lanes dwindle into footpaths and get lost in the surrounding fields। ਹੁਣ ਜਿਹੜੀਆਂ ਲੇਨਸ ਨਿਕਲਦੀਆਂ ਸੀਗੀਆਂ ਅੱਗੇ ਜਾ ਕੇ, ਜਿੱਥੇ ਤੱਕ ਘਰ ਹੁੰਦੇ ਸੀ, ਠੀਕ ਹੈ, ਇਹ ਲੇਨਸ ਅੱਗੇ ਜਾ ਕੇ ਫੁੱਟਪਾਥ 'ਚ ਬਦਲ ਜਾਂਦੀਆਂ ਸੀ। ਡਿਵਿੰਡਲ ਦਾ ਮਤਲਬ ਹੁੰਦਾ ਬੇਟਾ ਵੈਸੇ ਘਟ ਜਾਣਾ, ਮਤਲਬ ਕੋਈ ਚੀਜ਼ ਜਦੋਂ ਘਟ ਜਾਂਦੀ ਹੈ ਉਹਨੂੰ ਆਪਾਂ ਡਿਵਿੰਡਲ ਕਹਿੰਦੇ ਆ। ਤਾਂ ਇੱਥੇ ਘਟਣ ਦਾ ਮਤਲਬ ਐਵੇਂ ਲਓ ਤੁਸੀਂ ਕਿ ਉਹ ਜਿਹੜੀਆਂ ਲੇਨ ਸੀਗੀਆਂ ਅੱਗੇ ਜਾ ਕੇ ਜਦੋਂ ਘਰ ਖਤਮ ਹੋ ਗਏ ਤਾਂ ਹੌਲੀ ਹੌਲੀ ਜਾ ਕੇ ਉਹ ਲੇਨਸ ਨਹੀਂ ਸੀ ਰਹਿੰਦੀਆਂ, ਉਹ ਕੀ ਬਣ ਜਾਂਦੀਆਂ ਸੀ, ਫੁੱਟਪਾਥ ਬਣ ਜਾਂਦੀਆਂ ਸੀ। ਜਸਟ ਜਿਵੇਂ ਆਪਾਂ ਪਗਡੰਡੀ ਕਹਿੰਦੇ ਹਾਂ ਜਿਹਨੂੰ, ਤਾਂ ਪਗਡੰਡੀਆਂ ਜੀਆਂ ਬਣ ਜਾਂਦੀਆਂ ਸੀ। ਅਤੇ ਫਿਰ ਉਹ ਜਾ ਕੇ ਕਿੱਥੇ ਗੁੰਮ ਹੋ ਜਾਂਦੀਆਂ ਸੀ, ਸਰਾਊਂਡਿੰਗ ਫੀਲਡ 'ਚ, ਕਿਉਂਕਿ ਪਿੰਡ ਦੇ ਆਲੇ ਦੁਆਲੇ ਖੇਤ ਨੇ। ਅੱਗੇ ਜਾ ਕੇ ਉਹ ਫੁੱਟਪਾਥ ਵੀ ਨਹੀਂ ਰਹਿੰਦੀਆਂ, ਜਾ ਕੇ ਫੀਲਡ ਦੇ ਵਿੱਚ, ਖੇਤਾਂ ਦੇ ਵਿੱਚ ਮਿਕਸ ਹੋ ਜਾਂਦੀਆਂ। At the western end of the village there is a pond ringed round by kicker trees। ਹੁਣ ਜੇ ਆਪਾਂ ਇਹਦਾ ਵੈਸਟਰਨ ਐਂਡ ਦੇਖੀਏ ਪਿੰਡ ਦਾ, ਮਤਲਬ ਵੈਸਟਰਨ ਦਾ ਮਤਲਬ ਹੋ ਗਿਆ ਪੱਛਮੀ ਪਾਸਾ। ਜੇ ਅਸੀਂ ਪੱਛਮੀ ਪਾਸਾ ਦੇਖੀਏ ਪਿੰਡ ਦਾ, ਤਾਂ ਉੱਥੇ ਇੱਕ ਪੌਂਡ ਹੈ ਜੀ, ਜਿਵੇਂ ਤੁਹਾਡੇ ਪਿੰਡ 'ਚ ਵੀ ਪੌਂਡ ਹੈ। ਤਾਂ ਪੌਂਡ ਹੈ ਜੀ ਜਿਸ ਦੇ ਆਲੇ ਦੁਆਲੇ ਰਿੰਗਡ ਅਰਾਊਂਡ, ਰਿੰਗ ਇੱਥੇ ਵਰਬ ਦੇ ਤੌਰ ਤੇ ਯੂਜ਼ ਹੋਇਆ ਨਾ, ਰਿੰਗ, ਵੈਸੇ ਰਿੰਗ ਨਾउन ਵੀ ਹੁੰਦੀ ਹੈ, ਅੰਗੂਠੀ ਵੀ ਹੁੰਦੀ ਹੈ, ਲੇਕਿਨ ਇੱਥੇ ਰਿੰਗ ਕੀ ਹੈ, ਵਰਬ ਦੇ ਤੌਰ ਤੇ ਯੂਜ਼ ਹੋਇਆ। ਰਿੰਗ ਅਰਾਊਂਡ ਦਾ ਮਤਲਬ ਸਰਾਊਂਡਡ, ਘੇਰਿਆ ਹੋਣਾ। ਹੁਣ ਇਹ ਜਿਹੜਾ ਪੌਂਡ ਹੈ ਇਹ ਕਿਹਦੇ ਨਾਲ ਘਿਰਿਆ ਹੋਇਆ ਜੀ, ਕਿੱਕਰ ਦੇ ਦਰਖਤਾਂ ਦੇ ਨਾਲ। ਹੁਣ ਤੁਸੀਂ ਫੇਰ ਦੇਖੋ
ਰਾਈਟਰ ਨੇ ਕਿੱਕਰ ਸ਼ਬਦ ਯੂਜ਼ ਕਰਿਆ, ਉਸਨੇ ਐਜ਼ ਇਟ ਇਜ਼ ਵਰਡ ਪੰਜਾਬੀ ਦਾ ਯੂਜ਼ ਕਰ ਲਿਆ, ਉਸ ਦੀ ਇੰਗਲਿਸ਼ 'ਚ ਉਸਨੇ ਵਰਡ ਨਹੀਂ ਪਾਇਆ। ਕਿੱਕਰ, ਪਿੱਪਲ ਸ਼ਬਦ, ਹੁਣ ਇੱਥੋਂ ਸਾਨੂੰ ਪਤਾ ਲੱਗਦਾ ਵੀ ਜਿਹੜੇ ਕਿੱਕਰ ਸ਼ਬਦ ਯੂਜ਼ ਕਰਿਆ, ਪਿੱਪਲ ਸ਼ਬਦ ਯੂਜ਼ ਕਰਿਆ, ਕਿਸੇ ਇੰਡੀਅਨ ਰਾਈਟਰ ਨੇ ਕਰਿਆ, ਕਿਉਂਕਿ ਅੰਗਰੇਜ਼ ਤਾਂ ਕਰ ਨਹੀਂ ਸਕਦਾ, ਅੰਗਰੇਜ਼ ਨੂੰ ਤਾਂ ਪਤਾ ਹੀ ਨਹੀਂ ਜੇ ਕਹੋਗੇ ਪਿੱਪਲ, ਉਹ ਕੀ ਸਮਝੂਗਾ ਪਿੱਪਲ ਕੀ ਹੈ, ਕਿੱਕਰ ਕੀ ਹੈ। ਤਾਂ ਇੱਥੋਂ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਕੌਣ ਹੈ ਜੀ, ਸਾਡਾ ਕੋਈ ਇੰਡੀਅਨ ਰਾਈਟਰ। There are only about 70 families in Mano Majra and Lala Ramlal's is the only Hindu family। ਹੁਣ ਪੂਰੇ ਪਿੰਡ ਦੇ ਵਿੱਚ ਦੇਖੋ, ਆਪਾਂ ਪਹਿਲਾਂ ਕਹਿ ਚੁੱਕੇ ਕਿ ਪਿੰਡ ਇੱਕ ਟਾਈਨੀ ਜਿਹਾ ਪਿੰਡ ਹੈ, ਛੋਟਾ ਜਿਹਾ ਪਿੰਡ ਹੈ, ਉਹਦੇ ਵਿੱਚ ਟੋਟਲ ਕਿੰਨੇ ਪਰਿਵਾਰ ਰਹਿੰਦੇ ਨੇ ਜੀ, 70 ਫੈਮਿਲੀਜ਼ ਰਹਿੰਦੀਆਂ ਨੇ ਮਨੋ ਮਾਜਰਾ 'ਚ, ਜਿਹਦੇ ਵਿੱਚੋਂ ਲਾਲਾ ਰਾਮਲਾਲ ਦੀ ਇਕਲੌਤੀ ਹਿੰਦੂ ਫੈਮਿਲੀ ਹੈ। ਮਤਲਬ 70 ਪਰਿਵਾਰਾਂ 'ਚੋਂ ਇੱਕੋ ਹੀ ਹਿੰਦੂ ਪਰਿਵਾਰ ਹੈ, ਉਹ ਕਿਹਦਾ ਹੈ, ਲਾਲਾ ਰਾਮਲਾਲ ਦਾ, ਤੇ ਉਹਨਾਂ ਦਾ ਹੀ ਪੱਕਾ ਘਰ ਹੈ। The others are Sikhs or Muslims about equal in number। ਹੁਣ ਜਿਹੜੇ ਬਾਕੀ ਰਹਿ ਗਈਆਂ 69 ਫੈਮਲੀਆਂ, ਉਹਨਾਂ ਚੋਂ ਆਲਮੋਸਟ ਅੱਧੇ ਸਿੱਖ ਨੇ ਜਾਂ ਮੁਸਲਿਮ ਨੇ। ਤਾਂ ਹੁਣ ਪਿੰਡ 'ਚ ਕਿਸ ਤਰ੍ਹਾਂ ਦੀ ਪੋਪੂਲੇਸ਼ਨ ਹੈ, ਕਿਸ ਤਰ੍ਹਾਂ ਦੇ ਲੋਕ ਰਹਿ ਰਹੇ ਨੇ, ਕਿਹੜੇ ਰਿਲੀਜਨ ਦੇ ਲੋਕ ਰਹਿ ਰਹੇ ਨੇ, ਉਹਦੇ ਬਾਰੇ ਦੱਸਿਆ ਗਿਆ। The Sikhs own all the land around the village। ਹੁਣ ਜਰਾ ਸਮਝੋ ਕਿ ਪਿੰਡ ਦੇ ਆਲੇ ਦੁਆਲੇ ਜਿੰਨੀ ਵੀ ਲੈਂਡ ਹੈ, ਮਤਲਬ ਖੇਤਾਂ ਦੀ ਲੈਂਡ ਹੈ, ਜਿਹੜੀ ਖੇਤੀ ਹੁੰਦੀ ਹੈ, ਉਹਦੇ ਮਾਲਕ ਕੌਣ ਨੇ, ਸਿੱਖ ਸਾਰੀ ਖੇਤਾਂ ਦੇ ਮਾਲਕ ਨੇ ਜਿਹੜੇ ਪਿੰਡ ਦੇ ਆਲੇ ਦੁਆਲੇ ਨੇ। The Muslims are tenants and share the tilling with the owners। ਮੁਸਲਮਾਨ ਕੀ ਨੇ ਜੀ, ਟੈਨੈਂਟ ਸ਼ਬਦ ਆਇਆ। ਵੈਸੇ ਟੈਨੈਂਟ ਦਾ ਮਤਲਬ ਹੁੰਦਾ ਬੇਟਾ ਕਿਰਾਏਦਾਰ, ਟੈਨੈਂਟ ਦਾ ਮਤਲਬ ਕੀ ਹੁੰਦਾ, ਕਿਰਾਏਦਾਰ, ਬਟ ਇੱਥੇ ਕਿਰਾਏਦਾਰ ਦੇ ਮਤਲਬ ਨਾਲੋਂ ਥੋੜਾ ਜਿਹਾ ਮਤਲਬ ਡਿਫਰੈਂਟ ਹੈ। ਕਿਵੇਂ, ਜ਼ਮੀਨ ਆਪਾਂ ਠੇਕੇ ਤੇ ਦੇ ਦਿੰਦੇ, ਤਾਂ ਇੱਥੇ ਮੁਸਲਮਾਨਾਂ ਨੇ ਜ਼ਮੀਨ ਠੇਕੇ ਤੇ ਲਈ ਹੋਈ। ਜ਼ਮੀਨ ਕਿਹਦੀ ਹੈ, ਸਿੱਖਾਂ ਦੀ, ਠੇਕੇ ਤੇ ਕਿਹਨਾਂ ਨੇ ਲਈ ਹੈ, ਮੁਸਲਮਾਨ ਨੇ। ਤਾਂ ਜਿਹੜੇ ਮੁਸਲਿਮਸ ਨੇ ਉਹਨਾਂ ਨੇ ਠੇਕੇ ਤੇ ਜ਼ਮੀਨ ਲਈ ਹੋਈ ਹੈ, ਅਤੇ ਉਹ ਕੀ ਕਰਦੇ ਨੇ, ਓਨਰਸ ਦੇ ਨਾਲ, ਓਨਰਸ ਦਾ ਮਤਲਬ ਮਾਲਕ, ਮਾਲਕਾਂ ਦੇ ਨਾਲ ਟਿਲਿੰਗ ਦਾ ਮਤਲਬ ਹੁੰਦਾ ਬੇਟਾ ਜ਼ਮੀਨ ਜੋਤਣਾ, ਖੇਤੀਬਾੜੀ ਕਰਨਾ ਹੈ ਨਾ। ਤਾਂ ਇਹ ਜ਼ਮੀਨ ਨੂੰ ਜੋਤਣ ਦਾ ਕੰਮ ਸ਼ੇਅਰ ਕਰਦੇ ਨੇ। ਸ਼ੇਅਰ ਸਮਝ ਗਏ ਨਾ, ਜ਼ਮੀਨ ਠੇਕੇ ਤੇ ਲੈ ਲਈ ਤੇ ਉਸ ਤੋਂ ਬਾਅਦ ਠੇਕਾ ਦੇਤਾ, ਜ਼ਮੀਨ ਆਪ ਜੋਤ ਦੇਤਾ। ਇਸ ਤਰੀਕੇ ਦੇ ਨਾਲ ਕਾਰੋਬਾਰ ਹੋ ਰਿਹਾ ਜੀ ਪਿੰਡ 'ਚ। There are a few families of sweepers whose religion is uncertain। ਹੁਣ ਧਿਆਨ ਨਾਲ ਗੱਲ ਸੁਣੋ। ਆ ਫਿਊ ਇੱਕ ਡਿਟਰਮੀਨਰ ਹੈ ਜਿਸ ਦਾ ਪੋਜ਼ਿਟਿਵ ਸੈਂਸ ਹੁੰਦਾ ਹੈ। ਜੇ ਇੱਥੇ ਫਿਊ ਪਿਆ ਹੁੰਦਾ, there are few families, ਤਾਂ ਉਹ ਨੈਗੇਟਿਵ ਚੀਜ਼ ਹੁੰਦਾ ਵੀ ਕੋਈ ਫੈਮਿਲੀ ਨਹੀਂ ਹੈ ਇਦਾਂ ਦੀ। ਲੇਕਿਨ ਆ ਫਿਊ ਦਾ ਮਤਲਬ ਕੁਝ ਹੈਗੀਆਂ ਨੇ, ਕੁਝ ਫੈਮਲੀਜ਼ ਐਸੀਆਂ ਨੇ ਸਵੀਪਰ ਦੀਆਂ, ਜੋ ਸਵੀਪਰ ਦਾ ਕੰਮ ਕਰਦੇ ਨੇ, ਸਫਾਈ ਕਰਨ ਦਾ ਕੰਮ ਕਰਦੇ ਨੇ, ਪਰੰਤੂ ਉਹਨਾਂ ਦਾ ਰਿਲੀਜਨ ਕੀ ਹੈ, ਧਰਮ ਕੀ ਹੈ, ਉਹ ਅਨਸਰਟਨ ਹੈ, ਉਹਦੇ ਬਾਰੇ ਪੱਕਾ ਨਹੀਂ ਪਤਾ। ਸਰਟਨ ਦਾ ਮਤਲਬ ਹੁੰਦਾ ਬੇਟਾ ਪੱਕਾ, ਅਨਸਰਟਨ ਦਾ ਮਤਲਬ ਹੁੰਦਾ ਹੈ ਜਦੋਂ ਕੋਈ ਚੀਜ਼ ਪੱਕੀ ਨਹੀਂ ਹੁੰਦੀ। ਆਪਾਂ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਕਿ ਉਹਦਾ ਰਿਲੀਜਨ ਕੀ ਹੈ। ਤਾਂ ਹੁਣ ਸਾਨੂੰ ਇਹ ਪਤਾ ਲੱਗ ਗਿਆ ਬੇਟਾ ਕਿ ਕਿਸ ਤਰ੍ਹਾਂ ਦੇ ਲੋਕ ਮਨੋ ਮਾਜਰਾ 'ਚ ਰਹਿੰਦੇ ਆ। But there is one object that all Mano Majrans, even Lala Ram Lal, venerate। ਪਰ ਕਹਿੰਦੇ ਇੱਕ ਚੀਜ਼ ਹੈ, ਆਬਜੈਕਟ ਇੱਕ ਚੀਜ਼ ਹੈ ਜਿਹੜੇ ਸਾਰੇ ਮਨੋ ਮਾਜਰੀਏ, ਹੁਣ ਇੱਥੇ ਦੇਖੋ ਖੁਸ਼ਵੰਤ ਸਿੰਘ ਨੇ ਕੀ ਕਿਹਾ, ਮਨੋ ਮਾਜਰਨਸ, ਜਿਵੇਂ ਆਪਾਂ ਇੰਡੀਅਨਸ ਕਹਿ ਦਿੰਦੇ, ਇੰਡੀਆ ਤੋਂ ਇੰਡੀਅਨਸ, ਤਾਂ ਉਹਨਾਂ ਨੇ ਕੀ ਕਿਹਾ, ਮਨੋ ਮਾਜਰਨਸ, ਮਨੋ ਮਾਜਰੀਏ। ਆਪਾਂ ਪੰਜਾਬੀ 'ਚ ਕਹਿ ਦਾਂਗੇ ਮਨੋ ਮਾਜਰੀ। ਤਾਂ ਜਿਹੜੇ ਮਨੋ ਮਾਜਰੀਏ ਨੇ ਬਈ, ਸਾਰੇ ਜਣੇ ਇੱਕ ਚੀਜ਼ ਵਿੱਚੇ ਲਾਲਾ ਰਾਮ ਲਾਲ ਵੀ ਹੈ। ਚਾਹੇ ਦੇਖੋ ਲਾਲਾ ਰਾਮ ਲਾਲ ਇੱਕ ਹਿੰਦੂ ਪਰਿਵਾਰ ਚੋਂ ਹੈ ਤੇ ਉਹਦੇ ਕੋਲੇ ਪੈਸਾ ਹੋਣਾ ਤਾਂ ਹੀ ਪੱਕਾ ਘਰ ਆ ਉਹਦਾ, ਉਹ ਵੀ ਉਸ ਚੀਜ਼ ਨੂੰ ਵੈਨਰੇਟ ਕਰਦਾ ਹੈ। ਵੈਨਰੇਟ ਦਾ ਮਤਲਬ ਹੁੰਦਾ ਬੇਟਾ ਪੂਜਾ ਕਰਨੀ, ਵਰਸ਼ਿਪ ਕਰਨੀ। ਤਾਂ ਉਸ ਚੀਜ਼ ਦੀ ਪੂਜਾ ਜਾਂ ਉਸ ਚੀਜ਼ ਨੂੰ ਮੰਨਦਾ ਹੈ ਲਾਲਾ ਰਾਮ ਲਾਲ ਵੀ, ਸਾਰੇ ਮੰਨਦੇ ਨੇ, ਹਿੰਦੂ, ਮੁਸਲਿਮ ਤੇ ਜਿਹੜੇ ਸਵੀਪਰਸ ਨੇ ਜਿਨ੍ਹਾਂ ਦਾ ਰਿਲੀਜਨ ਅਨਸਰਟਨ ਹੈ, ਉਹ ਸਾਰੇ ਜਣੇ ਇੱਕ ਚੀਜ਼ ਨੂੰ ਮੰਨਦੇ ਨੇ, ਵਿੱਚੇ ਲਾਲਾ ਰਾਮ ਲਾਲ ਵੀ ਮੰਨਦਾ ਹੈ। ਉਹ ਕੀ ਚੀਜ਼ ਹੈ? This is a 3-foot slab of sandstone that stands upright under a kikkar tree beside the pond। ਹੁਣ ਤੁਹਾਨੂੰ ਪਤਾ ਨਾ ਪੌਂਡ ਦੇ ਆਲੇ ਦੁਆਲੇ ਕਿਹੜੇ ਟਰੀਜ਼ ਨੇ, ਕਿੱਕਰ ਦੇ। ਤਾਂ ਪੌਂਡ ਦੇ ਨਾਲ ਹੀ, beside ਦਾ ਮਤਲਬ by the side of, ਉਹਦੇ ਨਾਲ ਹੀ, ਪੌਂਡ ਦੇ ਨਾਲ ਹੀ ਇੱਕ ਕਿੱਕਰ ਹੈ ਜੀ ਖੜਾ, ਕਿੱਕਰ ਦਾ ਦਰਖਤ, ਉਹਦੇ ਨੀਚੇ 3 ਫੁੱਟ ਲੰਬੀ ਇੱਕ ਸਲੈਬ ਹੈ। ਕਾਦੀ? ਸੈਂਡਸਟੋਨ। ਸੈਂਡਸਟੋਨ ਕਿਹਨੂੰ ਕਹਿੰਦੇ?
ਰੇਤ ਦਾ ਪੱਥਰ ਹੁੰਦਾ ਜਿਹੜਾ ਨਾ, ਰੇਤ ਦਾ ਪੱਥਰ ਉਹਨੂੰ ਆਪਾਂ ਸੈਂਡਸਟੋਨ ਕਹਿੰਦੇ ਹਾਂ। ਤਾਂ ਰੇਤ ਦੇ ਪੱਥਰ ਦੀ 3 ਫੁੱਟ ਲੰਬੀ ਇੱਕ ਸਲੈਬ ਹੈ ਤੇ ਉਹ ਬਿਲਕੁਲ ਅਪਰਾਈਟ ਖੜੀ ਹੈ, ਸਿੱਧੀ ਖੜੀ ਹੈ। ਉਹ ਕਾਹਦੀ ਹੈ? ਇਟ ਇਜ਼ ਦਾ ਲੋਕਲ ਡੇਟੀ ਦਾ ਦਿਓ। ਦਿਓ ਦੇ ਉੱਪਰ ਗੋਲ ਸਰਕਲ ਲਾ ਲਓ। ਕਹਿੰਦੇ ਇਹ ਉੱਥੇ ਦੇ ਲੋਕਲ ਡੇਟੀ, ਡੇਟੀ ਦਾ ਮਤਲਬ ਹੁੰਦਾ ਬੇਟਾ ਦੇਵੀ ਜਾਂ ਦੇਵਤਾ, ਜਿਹਨੂੰ ਤੁਸੀਂ ਕਹਿੰਦੇ ਹੋ। ਤਾਂ ਡੇਟੀ ਨੂੰ ਆਪਾਂ ਦੇਵੀ ਦੇਵਤਾ ਕਹਿੰਦੇ ਆ। ਤਾਂ ਉੱਥੇ ਦੇ ਲੋਕਲ ਡੇਟੀ ਮਤਲਬ ਪਿੰਡ ਮੰਨਦਾ ਤੇ ਉਸ ਨੂੰ ਕੀ ਕਿਹਾ ਗਿਆ? ਦਾ ਦਿਓ। ਟੂ ਵਿਚ ਆਲ ਦਾ ਵਿਲੇਜਰਸ, ਹਿੰਦੂ, ਸਿੱਖ, ਮੁਸਲਿਮ ਔਰ ਸਿਊਡੋ ਕ੍ਰਿਸਚੀਅਨ ਰਿਪੇਅਰ ਸੀਕ੍ਰੀਟਲੀ whenever they are in special need of blessing। ਹੁਣ ਇਹ ਜਿਹੜੀ ਡੇਟੀ ਹੈ ਦਾ ਦਿਓ, ਇਹਨੂੰ ਸਾਰੇ ਵਿਲੇਜਰਸ, ਚਾਹੇ ਉਹ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ ਜਾਂ ਸੂਡੋ ਕ੍ਰਿਸਚੀਅਨ। ਹੁਣ ਜਿਹੜਾ ਸੂਡੋ ਵਰਡ ਹੈ ਬੇਟਾ, ਇਹ ਇੰਗਲਿਸ਼ ਦਾ ਵਰਡ ਨਹੀਂ ਹੈ, ਇਟਸ ਅ ਗ੍ਰੀਕ ਵਰਡ। ਸੂਡੋ, ਸੂਡੋ ਦਾ ਮਤਲਬ ਹੁੰਦਾ ਆਪਾਂ ਇਹਨੂੰ ਕਹਾਂਗੇ ਫਾਲਸ, ਮਤਲਬ ਜਿਹੜੀ ਚੀਜ਼ ਨਾ ਅਸਲੀ ਜੀ ਨਾ ਹੋਵੇ ਉਹਨੂੰ ਆਪਾਂ ਸੂਡੋ ਕਹਿੰਦੇ ਹਾਂ। ਤਾਂ ਹੁਣ ਉਹ ਸਾਰੇ ਜਣੇ ਰਿਪੇਅਰ ਸੀਕ੍ਰੀਟਲੀ, ਇੱਥੇ ਰਿਪੇਅਰ ਦਾ ਮਤਲਬ ਕਿਸੇ ਚੀਜ਼ ਨੂੰ ਰਿਪੇਅਰ ਕਰਨਾ ਨਹੀਂ ਹੈ, ਇੱਥੇ ਇਹਦਾ ਮਤਲਬ ਹੈ ਗੋ। ਉਹ ਜਾਂਦੇ ਹੈ, ਕਿਹਦੇ ਕੋਲ ਜਾਂਦੇ ਹੈ? ਉਸੇ ਦੇਵੀ ਕੋਲੇ, ਤਾਂ ਦਿਓ ਕੋਲੇ। ਜਦੋਂ ਵੀ ਉਹਨਾਂ ਨੂੰ ਬਲੈਸਿੰਗ ਦੀ ਜ਼ਰੂਰਤ ਹੁੰਦੀ ਹੈ, ਦੇ ਆਰ ਇਨ ਸਪੈਸ਼ਲ ਨੀਡ। ਆਪਾਂ ਪਰਮਾਤਮਾ ਕੋਲ ਕਿਉਂ ਜਾਂਦੇ ਆ ਵੀ? ਕੋਈ ਸਪੈਸ਼ਲ ਨੀਡ ਦੇ ਲਈ, ਹੈ ਨਾ। ਭਗਤ ਆਪਣੇ ਮਾਲਕ ਕੋਲੇ ਮੰਗਣ ਹੀ ਜਾਊਗਾ। ਤਾਂ ਜਦੋਂ ਕੋਈ ਬਲੈਸਿੰਗ ਦੇ ਲਈ ਉਹਨਾਂ ਨੇ ਜਾਣਾ ਹੁੰਦਾ ਹੈ, ਪਿੰਡ ਚੋਂ ਕਿਸੇ ਨੇ ਵੀ, ਚਾਹੇ ਉਹ ਹਿੰਦੂ ਹੈ, ਮੁਸਲਿਮ ਹੈ, ਕ੍ਰਿਸਚੀਅਨ ਹੈ ਜਾਂ ਸਵੀਪਰ ਲੋਕ ਵੀ ਹੈ ਜਿਨ੍ਹਾਂ ਦੇ ਧਰਮ ਬਾਰੇ ਪਤਾ ਨਹੀਂ, ਉਹ ਸਾਰੇ ਜਣੇ ਉਸ ਕੁਲ ਦੇਵਤਾ ਨੂੰ ਮੰਨਦੇ ਆ, ਜੋ ਕਿੱਥੇ ਹੈ ਜੀ? ਪੌਂਡ ਦੇ ਸਾਈਡ ਤੇ ਹੈ, ਕਿੱਕਰ ਦੇ ਥੱਲੇ ਹੈ, 3 ਫੁੱਟ ਲੰਬੀ ਸਲੈਬ ਹੈ, ਉਸ ਪੱਥਰ ਦੀ ਮੂਰਤੀ ਹੈ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ 12ਵੀਂ ਕਲਾਸ ਇੰਗਲਿਸ਼ ਇਲੈਕਟਿਵ ਦੇ ਅਪ੍ਰੈਲ ਐਂਡ ਮਈ ਦੇ ਸਾਰੇ ਚੈਪਟਰਸ ਆਲਰੇਡੀ ਕਵਰ ਕਰ ਚੁੱਕਿਆ ਹਾਂ। ਇਸ ਵਿੱਚ ਤੁਹਾਡੀ ਪਹਿਲੀ ਬੁੱਕ ਡੀਅਰ ਟੂ ਆਲ ਦਾ ਮਿਊਜ਼ਿਸ ਦੇ ਪਹਿਲੇ 4 ਚੈਪਟਰਸ, ਲੈਸਨ ਨੰਬਰ 1 ਵਾਰੀਅਰ ਅਗੇਂਸਟ ਵੀਡਸ, ਲੈਸਨ ਨੰਬਰ 2 ਅ ਮੋਸਟ ਫੋਰਗਿਵਿੰਗ ਏਪ, ਲੈਸਨ ਨੰਬਰ 3 ਅ ਯੰਗ ਟਰਕਿਸ਼ ਕੈਟਾਸਟ੍ਰਫੀ ਅਤੇ ਲੈਸਨ ਨੰਬਰ 4 ਅ ਟਾਈਨੀ ਸੈਂਚੁਰੀ ਸ਼ਾਮਿਲ ਨੇ। ਮੈਂ ਇਹਨਾਂ ਸਾਰੇ ਚੈਪਟਰਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ, ਐਨਾਲਿਸਿਸ ਅਤੇ ਇਹਨਾਂ ਦੇ ਮੇਨ ਕੁਐਸਚਨ ਆਨਸਰਸ ਦੇ ਵੀਡੀਓ ਆਲਰੇਡੀ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਇਸੇ ਤਰ੍ਹਾਂ ਤੁਹਾਡੀ ਦੂਸਰੀ ਬੁੱਕ ਦ ਲਿਟਰੇਰੀ ਪੈਟਲਸ ਦੇ ਅਪ੍ਰੈਲ ਐਂਡ ਮਈ ਦੇ ਸਾਰੇ ਚੈਪਟਰਸ, ਜਿਨ੍ਹਾਂ ਦੇ ਵਿੱਚ ਪਹਿਲਾ ਚੈਪਟਰ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ, ਸੈਕਿੰਡ ਚੈਪਟਰ ਜੋ ਪੋਇਮ ਹੈ ਬਾਰਡਰ ਗਾਰਡਸ, ਥਰਡ ਚੈਪਟਰ ਇਹ ਵੀ ਪੋਇਮ ਹੈ ਮਾਈ ਹਾਰਟ ਲੀਪਸ ਵੈਨ ਆਈ ਬਿਹੋਲਡ, ਫੋਰਥ ਚੈਪਟਰ ਦਾ ਗੈਂਬਲਿੰਗ ਮੈਚ ਅਤੇ ਪੰਜਵਾਂ ਚੈਪਟਰ ਜੋ ਕਿ ਇੱਕ ਪੋਇਮ ਹੈ ਦਾ ਕੁਆਲਿਟੀ ਆਫ ਮਰਸੀ। ਮੈਂ ਸਾਰੇ ਚੈਪਟਰਸ ਦੀ ਐਕਸਪਲੇਨੇਸ਼ਨ ਦੇ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ ਅਤੇ ਨਾਲ ਹੀ ਇਹਨਾਂ ਚੈਪਟਰਸ ਦੇ ਮੇਨ ਕੁਐਸਚਨ ਆਨਸਰਸ ਦੇ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਹੈ ਬੱਚਿਓ ਤੁਸੀਂ ਇਹ ਸਾਰੇ ਵੀਡੀਓ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡੇ ਵੀਡੀਓਜ਼ ਮਿਸ ਹੋਏ ਹਨ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਸੈਕਿੰਡ ਪੈਰਾਗ੍ਰਾਫ ਸ਼ੁਰੂ ਹੁੰਦਾ ਹੈ ਜੀ, ਆਲਦੋ ਮਨੋ ਮਾਜਰਾ ਇਜ਼ ਸੈਡ ਟੂ ਬੀ ਔਨ ਦਾ ਬੈਂਕਸ ਆਫ ਸਤਲੁਜ ਰਿਵਰ। ਕਹਿੰਦੇ ਚਾਹੇ ਮਨੋ ਮਾਜਰਾ ਨੂੰ ਮੰਨਿਆ ਜਾਂਦਾ ਸੀ ਕਿ ਇਹ ਸਤਲੁਜ ਰਿਵਰ ਦੇ ਕਿਨਾਰੇ ਤੇ ਸਥਿਤ ਹੈ। ਹੁਣ ਇੱਕ ਗੱਲ ਹੋਰ ਪਤਾ ਲੱਗੀ ਹੈ ਕਿ ਮਨੋ ਮਾਜਰਾ ਕਿੱਥੇ ਹੈ ਜੀ? ਸਤਲੁਜ ਦਰਿਆ ਦੇ ਕਿਨਾਰੇ ਤੇ। ਬੈਂਕਸ ਦਾ ਮਤਲਬ ਦਰਿਆ, ਇਹ ਕਿਹਾ ਜਾਂਦਾ ਸੀ। ਇਟ ਇਜ਼ ਐਕਚੁਅਲੀ ਹਾਫ ਅ ਮਾਈਲ ਅਵੇ ਫਰੋਮ ਇਟ, ਪਰੰਤੂ ਅਸਲ 'ਚ ਇਹ ਸਤਲੁਜ ਦਰਿਆ ਤੋਂ ਅੱਧਾ ਮੀਲ ਦੂਰ ਹੈ ਜੀ। ਹਾਫ ਅ ਮਾਈਲ, ਇਹ ਧਿਆਨ ਰੱਖਣਾ ਹੈ, ਹਾਫ ਅ ਮਾਈਲ ਦੂਰ ਹੈ ਜੀ ਸਤਲੁਜ ਦਰਿਆ ਤੋਂ। In India, villages cannot afford to be too close to the bank of rivers। ਕਹਿੰਦੇ ਭਾਰਤ ਦੇ ਵਿੱਚ ਜਿਹੜੇ ਪਿੰਡ ਨੇ ਉਹ ਅਫੋਰਡ ਨਹੀਂ ਕਰ ਸਕਦੇ ਕਿ ਉਹ ਰਿਵਰ ਦੇ ਬਹੁਤ ਜ਼ਿਆਦਾ ਨੇੜੇ ਹੋਣ। ਅਫੋਰਡ ਦਾ ਮਤਲਬ ਹੁੰਦਾ ਹੈ ਕਿ ਉਹ ਚੀਜ਼ ਜਿਸ ਨੂੰ ਕਿ ਆਪਾਂ ਸਹਾਰ ਨਾ ਸਕੀਏ। ਹੁਣ ਜੇ ਜ਼ਿਆਦਾ ਪਿੰਡ ਨੇੜੇ ਹੋਊਗਾ ਸਤਲੁਜ ਰਿਵਰ ਦੇ ਜਾਂ ਕਿਸੇ ਵੀ ਰਿਵਰ ਦੇ ਨੇੜੇ ਹੋਊਗਾ ਤਾਂ ਹੜ੍ਹਾਂ ਦਾ ਖਤਰਾ ਬਣਿਆ ਰਹੂਗਾ। ਤਾਂ ਇਸ ਕਰਕੇ ਇਹ ਜਿਹੜਾ ਪਿੰਡ ਸੀ ਇਹ ਬਹੁਤੀ ਦੂਰ ਨਾ ਹੋ ਕੇ ਅੱਧੇ ਮੀਲ ਦੀ ਦੂਰੀ ਤੇ ਸੀਗਾ। ਕਿੱਥੋਂ? ਸਤਲੁਜ ਰਿਵਰ ਤੋਂ। Rivers change their moods with the seasons and later their courses without warning। ਹੁਣ ਜਿਹੜੀਆਂ ਨਦੀਆਂ ਨੇ ਇਹ ਸੀਜ਼ਨ ਦੇ ਹਿਸਾਬ ਨਾਲ, ਰੁੱਤਾਂ ਦੇ ਹਿਸਾਬ ਨਾਲ ਆਪਣਾ ਮੂਡ ਚੇਂਜ ਕਰ ਲੈਂਦੀਆਂ ਨੇ। ਕਦੇ ਸ਼ਾਂਤ ਹੁੰਦੀਆਂ ਨੇ, ਕਦੇ ਗਰਮ ਹੋ ਜਾਂਦੀਆਂ ਨੇ। ਅਤੇ ਜਦੋਂ ਫਿਰ ਇਹਨਾਂ ਦਾ ਮੂਡ ਗਰਮ ਹੁੰਦਾ ਹੈ ਫਿਰ ਇਹਨਾਂ ਦੇ ਕੋਰਸਿਸ ਬਿਨਾਂ ਵਾਰਨਿੰਗ ਤੋਂ ਚੇਂਜ ਹੋ ਜਾਂਦੇ ਨੇ। ਕੋਰਸ ਦਾ ਮਤਲਬ ਵਹਾਓ।
ਆਪਣੇ ਬਹਾव ਵੀ ਚੇਂਜ ਕਰ ਲੈਂਦੀਆਂ ਨੇ। ਫਿਰ ਕੀ ਪਤਾ ਕਿੱਧਰ ਨੂੰ ਪਾਣੀ ਕਿੱਧਰ ਨੂੰ ਤੁਰ ਪਏ, ਇਹ ਤਾਂ ਸਾਨੂੰ ਪਤਾ ਹੀ ਹੈ। ਦ ਸਤਲੁਜ ਇਜ਼ ਦਾ ਲਾਰਜੈਸਟ ਰਿਵਰ ਇਨ ਦਾ ਪੰਜਾਬ। ਹੁਣ ਸਾਨੂੰ ਇਹ ਵੀ ਪਤਾ ਹੈ ਪੰਜਾਬ ਦੀ ਸਭ ਤੋਂ ਵੱਡੀ ਨਦੀ ਹੈ ਜੀ ਸਤਲੁਜ। ਆਫਟਰ ਦਾ ਮੌਨਸੂਨ ਇਟਸ ਵਾਟਰ ਰਾਈਜ਼ ਐਂਡ ਸਪਰੈਡ ਅਕ੍ਰੋਸ ਇਟਸ ਵਾਸਟ ਸੈਂਡੀ ਬੈਡ। ਹੁਣ ਮਾਨਸੂਨ ਤੋਂ ਬਾਅਦ, ਜਿਵੇਂ ਅੱਜ ਕੱਲ੍ਹ ਮਾਨਸੂਨ ਚੱਲ ਰਹੀ ਹੈ, ਮਾਨਸੂਨ ਤੋਂ ਬਾਅਦ ਇਹਦਾ ਪਾਣੀ ਰਾਈਜ਼ ਹੋ ਜਾਂਦਾ ਜੀ, ਵੱਧ ਜਾਂਦਾ ਹੈ, ਅਤੇ ਫਿਰ ਇਹ ਬਹੁਤ ਵੱਡੇ ਸੈਂਡੀ ਬੈਡ ਦੇ ਵਾਂਗੂ ਫੈਲ ਜਾਂਦਾ ਹੈ। ਸਪਰੈਡ ਅਕ੍ਰੋਸ, ਸਪਰੈਡ ਦਾ ਮਤਲਬ ਫੈਲ ਜਾਣਾ, ਵਾਸ ਦਾ ਮਤਲਬ ਬਹੁਤ ਵੱਡਾ, ਸੈਂਡੀ ਬੈਡ। ਤੁਹਾਨੂੰ ਪਤਾ ਨਾ, ਜਦੋਂ ਰਿਵਰ ਬੇਟਾ ਪਾਣੀ ਲੈ ਕੇ ਆਉਂਦੀ ਹੈ ਨਾਲ ਉਹਦੇ ਵਿੱਚ ਸੈਂਡ ਵੀ ਹੁੰਦਾ, ਤਾਂ ਜਿੱਥੇ ਜਿੱਥੇ ਪਾਣੀ ਜਾਊਗਾ ਉੱਥੇ ਉੱਥੇ ਸੈਂਡ ਵੀ ਜਾਊਗੀ, ਤਾਂ ਇੱਕ ਤਰ੍ਹਾਂ ਦਾ ਸੈਂਡੀ ਬੈਡ ਬਣ ਜਾਂਦਾ ਮਾਨਸੂਨ ਤੋਂ ਬਾਅਦ, ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ। ਲੈਪਿੰਗ ਹਾਈ ਅਪ ਦਾ ਮਡ ਅੰਬੇਕਮੈਂਟਸ ਔਨ ਈਦਰ ਸਾਈਡ। ਇੱਥੇ ਇੱਕ ਸ਼ਬਦ ਹੈ ਬੇਟਾ ਅੰਬੇਕਮੈਂਟ, ਇਹਦਾ ਮਤਲਬ ਹੁੰਦਾ ਬੇਟਾ ਬੰਨ, ਪੰਜਾਬੀ ਚ ਕਹਿੰਦੇ ਇਹਨੂੰ ਆਪਾਂ। ਔਨ ਈਦਰ ਸਾਈਡ, ਰਿਵਰ ਦੇ ਦੋਨੇ ਪਾਸੇ ਅੰਬੇਕਮੈਂਟ ਬਣੇ ਹੋਏ ਹੈ, ਬੰਨ ਬਣੇ ਹੋਏ ਹੈ, ਤਾਂ ਉਹ ਬੰਨਾਂ ਦੇ ਉੱਪਰ ਤੱਕ ਪਾਣੀ ਆ ਜਾਂਦਾ। ਦੇਖੋ ਲੈਪਿੰਗ ਹਾਈ ਅਪ, ਲੈਪ ਅਪ, ਲੈਪ ਅਪ ਦਾ ਮਤਲਬ ਉੱਪਰ ਉੱਠ ਜਾਣਾ। ਤਾਂ ਰਿਵਰ ਅੰਬੇਕਮੈਂਟ ਇਹ ਨਹੀਂ ਹੈਗਾ ਕਿ ਨਾਲ ਹੀ ਬਣੇ ਹੋ, ਰਿਵਰ ਦੇ ਦੂਰ ਬਣੇ ਹੋਣਗੇ, ਲੇਕਿਨ ਉੱਥੇ ਤੱਕ ਪਾਣੀ ਜਾ ਕੇ ਵੀ ਉੱਥੇ ਤੱਕ ਚਲਾ ਜਾਂਦਾ ਹੈ ਪਾਣੀ, ਇੰਨਾ ਜ਼ਿਆਦਾ ਮਾਨਸੂਨ ਬਾਅਦ ਪਾਣੀ ਆ ਜਾਂਦਾ। ਅੱਛਾ, ਇਹ ਅੰਬੇਕਮੈਂਟ ਕਾਹਦੇ ਬਣੇ ਹੋਏ ਬੇਟਾ? ਮੱਡ ਦੇ। ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ, ਮੱਡ ਅੰਬੇਕਮੈਂਟਸ ਹੈ ਇਹ, ਕਿਤੇ ਸੋਚੋ ਕਿਤੇ ਇੱਟਾਂ ਪੱਥਰ ਦੇ ਅੰਬੇਕਮੈਂਟ ਬਣੇ ਹੋਣਗੇ, ਮੱਡ ਅੰਬੇਕਮੈਂਟਸ ਬਣੇ ਹੋਏ ਹੈ, ਮਿੱਟੀ ਦੇ ਬੰਨ ਬਣੇ ਹੋਏ ਨੇ, ਉੱਥੇ ਤੱਕ ਪਾਣੀ ਚੜ ਜਾਂਦਾ। ਇਟ ਬਿਕਮਸ ਐਨ ਐਕਸਪਾਂਸ ਆਫ ਮਡੀ ਟਰਬੂਲੈਂਸ ਮੋਰ ਦੈਨ ਅ ਮਾਈਲ ਇਨ ਬ੍ਰੈਡਥ। ਤੇ ਮਾਨਸੂਨ ਤੋਂ ਬਾਅਦ ਜਦੋਂ ਇਹ ਰਿਵਰ ਫੈਲਦੀ ਹੈ, ਉਹਦਾ ਪਾਣੀ ਫੈਲਦਾ ਹੈ, ਤਾਂ ਮਡੀ ਟਰਬੂਲੈਂਸ ਬਣ ਜਾਂਦਾ। ਟਰਬੂਲੈਂਸ ਦਾ ਮਤਲਬ ਹੁੰਦਾ ਬੇਟਾ ਗੜਬੜ, ਪੰਜਾਬੀ ਚ ਆਪਾਂ ਨੂੰ ਕਹਿੰਦੇ ਆ ਟਰਬੂਲੈਂਸ, ਗੜਬੜ। ਐਕਸਪਾਂਸ ਦਾ ਮਤਲਬ ਹੁੰਦਾ ਬੇਟਾ ਫੈਲਾਓ, ਮਡੀ, ਜਿਹੜਾ ਗਾਰੇ ਵਾਲਾ, ਮਿੱਟੀ ਵਾਲਾ, ਰੇਤ ਵਾਲਾ ਜਿਹੜਾ ਫੈਲਾਓ ਹੁੰਦਾ ਹੈ, ਇਹ ਇੰਨਾ ਜ਼ਿਆਦਾ ਫੈਲ ਜਾਂਦਾ ਹੈ 1 ਮੀਲ ਦੂਰ ਤੱਕ, ਇਨ ਬ੍ਰੈਡਥ, 1 ਮੀਲ ਦੂਰ ਤੱਕ ਗਾਰਾ ਹੀ ਗਾਰਾ ਇਹਦਾ ਮਾਨਸੂਨ ਤੋਂ ਬਾਅਦ ਪਾਣੀ ਨਾਲ ਫੈਲ ਜਾਂਦਾ। ਇੱਥੇ ਇਹ ਗੱਲ ਕਹੀ ਹੋਈ ਹੈ। ਤਾਂ ਇਹ ਹਾਲ ਹੈ ਜੀ ਮਾਨਸੂਨ ਦਾ। ਉਸ ਪਿੰਡ 'ਚ ਕਿਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਹੈ, ਜਾਂ ਪਿੰਡ 'ਚ ਨਹੀਂ ਹੁੰਦੀ, ਹਾਲਾਂਕਿ ਅੰਬੇਕਮੈਂਟ ਤੋਂ ਇੱਧਰ ਬਣਿਆ ਹੋਇਆ ਪਿੰਡ, ਇਹ ਧਿਆਨ ਰੱਖਣ ਵਾਲੀ ਗੱਲ ਹੈ। ਅੰਬੇਕਮੈਂਟ ਕਾਹਦੇ ਲਈ ਬਣਾਏ ਹੋਏ ਨੇ? ਕਿ ਉਹ ਪਾਣੀ ਮਨੋ ਮਾਜਰੇ 'ਚ ਨਾ ਆ ਸਕੇ। ਇਹ ਅੰਬੇਕਮੈਂਟ ਤੋਂ ਪਰਾਂ ਦੀ ਹਾਲਤ ਹੋ ਜਾਂਦੀ ਹੈ। ਵੈਨ ਦਾ ਫਲੱਡ ਸਬਸਾਈਡਸ, ਜਦੋਂ ਪਾਣੀ ਨੀਵਾਂ ਹੁੰਦਾ ਹੈ, ਸਬਸਾਈਡ ਦਾ ਮਤਲਬ ਹੁੰਦਾ ਬੇਟਾ ਨੀਵਾਂ ਹੋਣਾ, ਤਾਂ ਜਦੋਂ ਹੜ ਥੋੜਾ ਜਿਹਾ ਘਟ ਜਾਂਦਾ ਹੈ, ਫਲੱਡ ਦਾ ਮਤਲਬ ਹੜ, the river breaks up into 1,000 shallow streams that wind sluggishly between little marshy islands। ਤਾਂ ਹੁਣ ਜਿਹੜੀ ਰਿਵਰ ਹੈ, ਆਹੀ ਸਤਲੁਜ ਰਿਵਰ ਹੈ, ਉਹ ਹਜ਼ਾਰਾਂ ਹੀ ਸ਼ੈਲੋ ਸਟਰੀਮ ਚ ਬਦਲ ਜਾਂਦੀਆਂ ਨੇ। ਸ਼ੈਲੋ ਸਟਰੀਮ ਦਾ ਮਤਲਬ ਕੀ ਹੁੰਦਾ ਬੇਟਾ? ਧਾਰਾਵਾਂ। ਸਟਰੀਮ ਦਾ ਮਤਲਬ ਹੁੰਦੀ ਹੈ ਧਾਰਾ। ਸ਼ੈਲੋ ਸਟਰੀਮ ਦਾ ਮਤਲਬ ਜਿਹਦੇ ਚ ਪਾਣੀ ਘੱਟ ਹੁੰਦਾ ਹੈ, ਘੱਟ ਪਾਣੀ ਵਾਲੀਆਂ ਧਾਰਾਵਾਂ ਨੂੰ ਆਪਾਂ ਸ਼ੈਲੋ ਸਟਰੀਮਸ ਕਹਿੰਦੇ ਹਾਂ। ਹੁਣ ਜਿਹੜੀ ਰਿਵਰ ਹੈ, ਇਹ ਛੋਟੀਆਂ ਛੋਟੀਆਂ ਸ਼ੈਲੋ ਸਟਰੀਮ ਚ ਬਦਲ ਜਾਂਦੀ ਹੈ, ਤੇ ਫਿਰ ਉਹ ਮਾਰਸ਼ੀ ਆਈਲੈਂਡ ਹੈ, ਜਿਹੜਾ ਦਲਦਲੀ ਏਰੀਆ ਹੋ ਗਿਆ, ਉਹਦੇ ਚ ਇਹ ਨਿਕਲ ਜਾਂਦੀਆਂ ਧਾਰਾਵਾਂ, ਉਧਰ ਨੂੰ ਨਿਕਲ ਜਾਂਦੀਆਂ। ਇੱਥੇ ਸਲੱਗਿਸ਼ ਸ਼ਬਦ ਆਇਆ। ਸਲੱਗਿਸ਼ ਦਾ ਮਤਲਬ ਹੁੰਦਾ ਬੇਟਾ ਜਿਹੜੀ ਜ਼ਿਆਦਾ ਹਲਚਲ ਨਾ ਕਰੇ ਚੀਜ਼, ਕੋਈ ਸੁਸਤ ਜੀ ਹੋਵੇ। ਹੁਣ ਜਿਵੇਂ ਧਾਰਾਵਾਂ, ਹੁਣ ਪਾਣੀ ਤਾਂ ਰਿਹਾ ਨਹੀਂ ਉਹਨਾਂ, ਤਾਂ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ 'ਚ ਇੰਨਾ ਪਾਣੀ ਤਾਂ ਹੈ ਨਹੀਂ, ਤਾਂ ਉਦਾਂ ਦੀਆਂ ਇਹ ਧਾਰਾਵਾਂ ਬਣ ਜਾਂਦੀਆਂ। About a mile north of Mano Majra, the Satluj is spanned by a railroad bridge। ਕਹਿੰਦੇ ਮਨੋ ਮਾਜਰਾ ਦੇ ਨਾਰਥ ਵੱਲ 1 ਮੀਲ ਦੀ ਦੂਰੀ ਤੇ, a mile north, ਉੱਤਰ ਵੱਲ 1 ਮੀਲ ਦੀ ਦੂਰੀ ਤੇ ਸਤਲੁਜ ਦੇ ਇੱਕ ਰੇਲ ਰੋਡ ਬ੍ਰਿਜ ਬਣਿਆ ਹੋਇਆ ਹੈ। ਹੁਣ ਇਹ ਧਿਆਨ ਰੱਖਣ ਵਾਲੀ ਗੱਲ, ਮਨੋ ਮਾਜਰਾ ਦੇ 1 ਮੀਲ ਦੀ ਦੂਰੀ ਤੇ ਨਾਰਥ ਵੱਲ, ਉੱਤਰ ਵੱਲ, ਨਦੀ ਦੇ ਉੱਪਰ, ਸਤਲੁਜ ਨਦੀ ਦੇ ਉੱਪਰ ਕੀ ਬਣਿਆ ਹੋਇਆ? ਬ੍ਰਿਜ ਬਣਿਆ ਹੋਇਆ, ਰੇਲ ਰੋਡ ਬ੍ਰਿਜ। On the eastern end, the embankment extends all the way to the village railroad station। ਉੱਤਰ ਵਾਲੇ ਪਾਸੇ, ਈਸਟਰਨ ਐਂਡ, ਉੱਤਰ ਵਾਲੇ ਪਾਸੇ ਇਹ ਜਿਹੜਾ ਬੰਨ ਬਣਿਆ ਹੋਇਆ ਹੈ, ਇਹ ਉਸ ਰੇਲ ਰੋਡ ਤੱਕ ਫੈਲਿਆ ਹੋਇਆ, all the way। ਇਹ ਬੰਨ ਐਡਾ ਵੱਡਾ ਹੈ ਜਿਹੜਾ ਸਟੇਸ਼ਨ ਤੱਕ ਜਾਂਦਾ ਹੈ, ਵਿਲੇਜ ਰੇਲ ਰੋਡ ਸਟੇਸ਼ਨ। ਤਾਂ ਇਸ ਪੂਰੇ ਪੈਰੇ ਦੇ ਵਿੱਚ
ਮਨੋ ਮਾਜਰਾ ਦੀ ਸਥਿਤੀ ਹੈ ਉਹਦੇ ਬਾਰੇ ਦੱਸਿਆ ਗਿਆ ਕਿ ਉਹ ਕਿੱਥੇ ਹੈ, ਸਤਲੁਜ ਰਿਵਰ ਤੋਂ ਕਿੰਨੀ ਦੂਰ ਹੈ, ਬ੍ਰਿਜ ਕਿੰਨੀ ਦੂਰ ਹੈ। ਤੇ ਸਾਨੂੰ ਇੱਥੋਂ ਇਹ ਵੀ ਪਤਾ ਚੱਲਦਾ ਹੈ ਕਿ ਮਨੋ ਮਾਜਰਾ ਦੇ ਨੇੜੇ ਇੱਕ ਰੇਲਵੇ ਸਟੇਸ਼ਨ ਵੀ ਹੈ। ਥਰਡ ਪੈਰਾ ਹੈ ਜੀ, ਮਨੋ ਮਾਜਰਾ ਹੈਜ਼ ਆਲਵੇਜ਼ ਬੀਨ ਨੋਨ ਫॉर ਇਟਸ ਰੇਲਵੇ ਸਟੇਸ਼ਨ। ਕਹਿੰਦੇ ਮਨੋ ਮਾਜਰੇ ਨੂੰ ਹਮੇਸ਼ਾ ਆਪਣੇ ਰੇਲਵੇ ਸਟੇਸ਼ਨ ਕਰਕੇ ਜਾਣਿਆ ਜਾਂਦਾ। ਹੁਣ ਕਈ ਪਿੰਡ ਜਾਣੇ ਜਾਂਦੇ ਨੇ ਜੀ ਜਿੱਥੇ ਰੇਲਵੇ ਸਟੇਸ਼ਨ ਹੈ, ਆਪਣੇ ਨੇੜੇ ਤਬਲਾਨ, ਤਾਂ ਉਹ ਜਾਣਿਆ ਜਾਂਦਾ ਰੇਲਵੇ ਸਟੇਸ਼ਨ ਕਰਕੇ। Since the bridge has only one track, the station has several sidings where less important trains can wait to make way for the more important. ਲਾਈਨ ਵੱਡੀ ਹੈ, ਥੋੜੀ ਸਮਝੋ। ਹੁਣ ਜਿਹੜਾ ਬ੍ਰਿਜ ਬਣਿਆ ਹੋਇਆ ਹੈ ਉਹਦੀ ਇੱਕੋ ਹੀ ਟਰੈਕ ਹੈ, ਬ੍ਰਿਜ ਦੇ ਉੱਪਰੋਂ ਦੀ ਇੱਕੋ ਹੀ ਟਰੈਕ, ਇੱਕੋ ਹੀ ਗੱਡੀ ਜਾ ਸਕਦੀ ਹੈ। ਤਾਂ ਸਟੇਸ਼ਨ ਤੇ ਬਹੁਤ ਸਾਰੀਆਂ ਸਾਈਡਿੰਗਸ ਬਣੀਆਂ ਹੋਈਆਂ। ਸਾਈਡਿੰਗਸ ਦਾ ਮਤਲਬ ਬੇਟਾ ਛੋਟੇ ਛੋਟੇ ਰੇਲ ਟਰੈਕ ਬਣੇ ਹੋਏ ਨੇ ਅਲੱਗ। ਇੱਕ ਤਾਂ ਦੇਖੋ ਨਾ ਮੇਨ ਟਰੈਕ ਆ ਹੀ ਰਿਹਾ ਰੇਲ ਦਾ, ਪਿੱਛੋਂ ਆ ਰਿਹਾ, ਕਲੀਅਰ ਹੈ। ਲੇਕਿਨ ਸਟੇਸ਼ਨ ਦੇ ਉੱਪਰ ਉਸ ਮੇਨ ਟਰੈਕ ਦੇ ਨਾਲ ਹੋਰ ਟਰੈਕਸ ਬਣੇ ਹੋਏ ਨੇ ਜਿਹਨੂੰ ਆਪਾਂ ਸਾਈਡਿੰਗਸ ਕਹਿੰਦੇ ਆ। ਉਹ ਬਹੁਤੇ ਵੱਡੇ ਨਹੀਂ ਹੁੰਦੇ, ਛੋਟੇ ਹੁੰਦੇ ਨੇ, ਅੱਗੇ ਜਾ ਕੇ ਖਤਮ ਹੋ ਜਾਂਦੇ ਨੇ। ਮਤਲਬ ਕਿ ਉਹ ਮੇਨ ਲਾਈਨ ਤੋਂ ਐ ਨਿਕਲਦੇ ਨੇ, ਫਿਰ ਅੱਗੇ ਜਾ ਕੇ ਮੇਨ 'ਚ ਹੀ ਮਿਲ ਜਾਂਦੇ ਨੇ। ਲੇਕਿਨ ਉਹ ਹੁੰਦੇ ਕਿੱਥੇ ਨੇ? ਸਿਰਫ ਸਟੇਸ਼ਨ ਤੇ ਹੀ ਹੁੰਦੇ ਨੇ। ਜੇ ਤੁਸੀਂ ਰੇਲਵੇ ਸਟੇਸ਼ਨ ਤੇ ਗਏ ਹੋ 90 ਦੇ, ਤਾਂ ਤੁਹਾਨੂੰ ਕਿੰਨੇ ਸਾਰੇ ਟਰੈਕਸ ਦਿਖਦੇ ਆ ਉੱਥੇ, ਲੇਕਿਨ ਉਹਨਾਂ ਚੋਂ ਮੇਨ ਤਾਂ ਇੱਕੋ ਹੀ ਹੈ, ਬਾਕੀ ਸਾਰੀਆਂ ਸਾਈਡਿੰਗਸ ਹੈ। ਉਹ ਕਾਹਦੇ ਲਈ ਬਣੀਆਂ ਨੇ? ਵੀ ਮੰਨ ਲਓ ਦੋ ਗੱਡੀਆਂ ਆ ਗਈਆਂ, ਇੱਕ ਇਧਰੋਂ ਆ ਗਈ, ਇੱਕ ਇਧਰੋਂ ਆ ਗਈ। ਹੁਣ ਜੇ ਆਪਾਂ ਉਹਨਾਂ ਦਾ ਟਰੈਕ ਚੇਂਜ ਨਾ ਕਰਿਆ ਕਿਤੇ ਤਾਂ ਉਹਦਾ ਭਿੜ ਜਾਣਗੀਆਂ। ਤਾਂ ਫਿਰ ਕੀ ਕੀਤਾ ਜਾਂਦਾ? ਸਾਈਡਿੰਗਸ ਕਾਹਦੇ ਲਈ ਹੁੰਦੀ ਹੈ ਕਿ ਜਿਹੜੀ ਗੱਡੀ, ਮੰਨ ਲਓ ਪੈਸੇਂਜਰ ਗੱਡੀ ਆ ਰਹੀ ਹੈ, ਇਧਰੋਂ ਮੇਲ ਗੱਡੀ ਆ ਰਹੀ ਹੈ, ਐਕਸਪ੍ਰੈਸ ਗੱਡੀ ਆ ਰਹੀ ਹੈ, ਜਿਹੜੀ ਪੈਸੇਂਜਰ ਇੱਥੇ ਮੰਨ ਲਓ ਸਟੇਸ਼ਨ ਹੈਗਾ ਸਾਡਾ 90 ਦਾ, ਇਧਰੋਂ ਮੇਲ ਆ ਰਹੀ ਹੈ, ਇਧਰੋਂ ਪੈਸੇਂਜਰ ਆ ਰਹੀ ਹੈ, ਤਾਂ ਪੈਸੇਂਜਰ ਨੂੰ ਸਾਈਡਿੰਗ ਤੇ ਚੜਾ ਦਿੰਦੇ ਤਾਂ ਕਿ ਮੇਨ ਲੰਘ ਜੇ। ਜੇ ਇਧਰੋਂ ਆ ਰਹੀ ਹੈ, ਆ ਗੱਡੀ ਨੂੰ ਸਾਈਡਿੰਗ ਤੇ ਚੜਾਤੀ, ਇਹ ਲੰਘ ਜੇ। ਇਸ ਲਈ ਸਾਈਡਿੰਗਸ ਬਣੀਆਂ ਹੁੰਦੀਆਂ। ਤਾਂ ਸਟੇਸ਼ਨ ਦੇ ਬਹੁਤ ਸਾਰੀਆਂ ਸਾਈਡਿੰਗਸ ਨੇ ਜਿੱਥੇ ਕਿ ਲੈਸ ਇੰਪੋਰਟੈਂਟ ਟ੍ਰੇਨਸ, ਮਤਲਬ ਜਿਹੜੀਆਂ ਘੱਟ ਇੰਪੋਰਟੈਂਟ ਟ੍ਰੇਨਾਂ ਨੇ, ਜਿਵੇਂ ਮਾਲ ਗੱਡੀਆਂ ਨੇ ਜਾਂ ਪੈਸੇਂਜਰ ਗੱਡੀਆਂ ਨੇ, ਉਹ ਵੇਟ ਕਰ ਸਕਣ ਤਾਂ ਕਿ ਉਹ ਮੋਰ ਇੰਪੋਰਟੈਂਟ ਰੇਲਸ ਦੇ ਲਈ ਮੇਕ ਵੇ, ਰਸਤਾ ਬਣਾ ਸਕਣ। ਮੇਕ ਵੇ ਦਾ ਮਤਲਬ ਹੁੰਦਾ ਹੈ ਰਸਤਾ ਬਣਾਉਣਾ। ਮੋਰ ਇੰਪੋਰਟੈਂਟ, ਜਿਹੜੀਆਂ ਇੰਪੋਰਟੈਂਟ ਟ੍ਰੇਨਾਂ ਨੇ, ਇੰਪੋਰਟੈਂਟ ਟ੍ਰੇਨਾਂ ਕਿਹੜੀਆਂ ਹੋਈਆਂ? ਮੰਨ ਲਓ ਕੋਈ ਐਕਸਪ੍ਰੈਸ ਗੱਡੀ ਹੈ, ਲੌਂਗ ਰੂਟ ਵਾਲੀ ਗੱਡੀ ਹੈ, ਤਾਂ ਉਹ ਗੱਡੀ ਦੇ ਲਈ ਰਸਤਾ ਦੇ ਦੇਣ। ਇਸ ਕਰਕੇ ਸਾਈਡਿੰਗ ਤੇ ਗੱਡੀ ਲੈਸ ਇੰਪੋਰਟੈਂਟ ਵਾਲੀ ਚੜਾਤੀ ਜਾਂਦੀ ਹੈ ਤੇ ਜਿਹੜੀ ਮੋਰ ਇੰਪੋਰਟੈਂਟ ਵਾਲੀ ਗੱਡੀ ਹੈ ਉਸ ਨੂੰ ਮੇਨ ਟਰੈਕ ਤੋਂ ਬ੍ਰਿਜ ਦੇ ਉੱਪਰੋਂ ਜਾਣ ਦਿੱਤਾ ਜਾਂਦਾ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਤੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। The fourth paragraph ਹੈ ਜੀ, a small colony of shopkeepers and hawkers has grown up around the station to supply travelers with food, betel leaves, cigarettes, tea, biscuits and sweetmeats. ਹੁਣ ਤੁਹਾਨੂੰ ਪਤਾ ਬੇਟਾ, ਜਦੋਂ ਰੇਲਵੇ ਸਟੇਸ਼ਨ ਆਪਾਂ ਜਾਂਦੇ ਆ ਤਾਂ ਉੱਥੇ ਸਾਨੂੰ ਸ਼ੌਪਕੀਪਰਸ ਵੀ ਮਿਲਦੇ ਆ, ਸ਼ਾਪਸ ਮਿਲਦੀਆਂ ਨੇ। ਹੌਕਰਸ ਹੁੰਦੇ ਆ ਜੀ ਰੇੜੀਆਂ ਵਾਲੇ। ਤਾਂ ਸਾਨੂੰ ਛੋਟੀਆਂ ਛੋਟੀਆਂ ਸ਼ਾਪਸ ਵੀ ਮਿਲਦੀਆਂ ਜੀ ਰੇਲਵੇ ਸਟੇਸ਼ਨ ਦੇ ਆਲੇ ਦੁਆਲੇ। ਹੌਕਰਸ ਵੀ ਮਿਲਦੇ ਆ ਰੇੜੀਆਂ ਵਾਲੇ ਅਰਾਊਂਡ ਦਾ ਸਟੇਸ਼ਨ, ਮਤਲਬ ਸਟੇਸ਼ਨ ਦੇ ਆਲੇ ਦੁਆਲੇ, ਕਿਉਂਕਿ ਉਹਨਾਂ ਨੇ ਜਿਹੜੇ ਯਾਤਰੀ ਹੁੰਦੇ ਨੇ, ਟਰੈਵਲਰਸ ਨੂੰ ਦੇਣੇ ਹੁੰਦੇ ਆ ਫੂਡ, ਭੋਜਨ ਦਿੰਦੇ ਆ ਉਹ। ਬੈਟਲ ਲੀਵਸ ਹੁੰਦੇ ਆ ਬੱਚਿਓ, ਪਾਨ ਨੂੰ ਕਿਹਾ ਜਾਂਦਾ ਹੈ। ਬੈਟਲ ਲੀਵਸ ਕਿਹਨੂੰ ਕਹਿੰਦੇ ਆ? ਪਾਨ ਨੂੰ। ਸਿਗਰੇਟਸ
ਵੇਚਣ ਵਾਲੇ ਵੀ ਹੈ, ਚਾਹ ਵੇਚਣ ਵਾਲੇ ਵੀ ਹੈ, ਬਿਸਕਿਟ ਵੇਚਣ ਵਾਲੇ ਵੀ ਹੈ, ਤੇ ਸਵੀਟ ਮੀਟਸ। ਸਵੀਟ ਮੀਟ ਸ਼ਬਦ ਤੁਹਾਡੇ ਪਹਿਲਾਂ ਵੀ ਚੈਪਟਰ ਚ ਆਇਆ ਸੀ, ਆਈ ਥਿੰਕ ਆ ਟਾਈਨੀ ਸੈਂਚੁਰੀ ਚੈਪਟਰ ਚ ਆਇਆ ਸੀ। ਸਵੀਟ ਮੀਟ ਕਿਹਾ ਜਾਂਦਾ ਬੱਚਿਓ, ਜਿਵੇਂ ਆਪਾਂ ਕਨਫੈਕਸ਼ਨਰੀ ਦੀ ਸ਼ਾਪ 'ਚ ਜਾਂਦੇ ਹਾਂ ਨਾ, ਤਾਂ ਉੱਥੇ ਕੈਂਡੀਜ਼ ਹੁੰਦੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਮਿੱਠੀਆਂ ਮਿੱਠੀਆਂ, ਉਹਨਾਂ ਨੂੰ ਆਪਾਂ ਸਵੀਟ ਮੀਟਸ ਕਹਿੰਦੇ। ਤਾਂ ਇਹ ਵਰਡ ਆ ਟਾਈਨੀ ਸੈਂਚੁਰੀ 'ਚ ਵੀ ਆਇਆ ਸੀ, ਸ਼ੁਰੂ 'ਚ ਤੁਹਾਨੂੰ ਸਮਝਾਇਆ ਸੀ। ਤਾਂ ਇਹ ਸਾਰੀਆਂ ਚੀਜ਼ਾਂ ਵੇਚਣ ਦੇ ਉੱਥੇ ਸ਼ਾਪਕੀਪਰਸ ਵੀ ਨੇ ਜੀ, ਹੌਕਰਸ ਵੀ ਨੇ। This gives the station an appearance of constant activity and its staff a somewhat exaggerated sense of importance. ਹੁਣ ਇੰਨੇ ਜ਼ਿਆਦਾ ਉੱਥੇ ਸ਼ਾਪਕੀਪਰਸ ਹੈ, ਇੰਨੇ ਜ਼ਿਆਦਾ ਹੌਕਰਸ ਹੈ, ਤਾਂ ਉਹਨਾਂ ਦੇ ਨਾਲ ਕੀ ਹੋਇਆ ਕਿ ਸਟੇਸ਼ਨ ਦੇ ਵਿੱਚ ਨਾ ਇੱਕ ਕਨਸਟੈਂਟ ਐਕਟੀਵਿਟੀ ਚੱਲਦੀ ਰਹਿੰਦੀ ਹੈ। ਕਨਸਟੈਂਟ ਦਾ ਮਤਲਬ ਹੁੰਦਾ ਹੈ ਸਥਿਰ। ਤੇ ਸ਼ਾਇਦ ਤੁਸੀਂ ਮੈਥਸ ਦੇ ਵਿੱਚ ਪੜਿਆ ਹੋਣਾ ਕਨਸਟੈਂਟ। ਤਾਂ ਕਨਸਟੈਂਟ ਦਾ ਮਤਲਬ ਜਿਹੜੀ ਚੀਜ਼ ਖੜੀ ਹੈ, ਤਾਂ ਇੱਕ ਕਨਸਟੈਂਟ ਐਕਟੀਵਿਟੀ ਚੱਲਦੀ ਰਹਿੰਦੀ ਹੈ। ਮਤਲਬ ਕਿ ਨਾ, ਕਿਉਂਕਿ ਦੇਖੋ ਸ਼ਾਪਕੀਪਰਸ ਹੈ ਤਾਂ ਉੱਥੇ ਬੰਦੇ ਆਉਂਦੇ ਰਹਿੰਦੇ ਹੈ ਕੁਛ ਨਾ ਕੁਛ ਚੀਜ਼ ਖਰੀਦਣ, ਤਾਂ ਇਸ ਤਰੀਕੇ ਦੇ ਨਾਲ ਹਲਚਲ ਜੀ ਚੱਲਦੀ ਰਹਿੰਦੀ ਹੈ। ਅਤੇ ਜਿਹੜਾ ਫਿਰ ਇਹਦਾ ਸਟਾਫ ਹੈ, ਇਟਸ ਦਾ ਮਤਲਬ ਇੱਥੇ ਸਟੇਸ਼ਨ ਨੂੰ ਕਿਹਾ ਗਿਆ ਕਿ ਜਿਹੜਾ ਸਟੇਸ਼ਨ ਦਾ ਸਟਾਫ ਹੈ, ਉੱਥੇ ਦੇ ਜਿਹੜੇ ਕੰਮ ਕਰਨ ਵਾਲੇ ਕਰਮਚਾਰੀ ਹੈ, ਉਹਨਾਂ ਨੂੰ ਇੱਕ ਤਰ੍ਹਾਂ ਦੀ ਨਾ ਇੰਪੋਰਟੈਂਸ ਥੋੜੀ ਜ਼ਿਆਦਾ ਮਿਲ ਜਾਂਦੀ ਹੈ। ਐਗਜ਼ੈਜਰੇਟਿਡ ਦਾ ਮਤਲਬ ਹੁੰਦਾ ਬੱਚਿਓ, ਜਦੋਂ ਨਾ ਆਪਾਂ ਕਿਸੇ ਗੱਲ ਨੂੰ ਵਧਾ ਚੜਾ ਕੇ ਕਹਿੰਦੇ ਆ, ਉਹਨੂੰ ਐਗਜ਼ੈਜਰੇਟ ਕਹਿੰਦੇ। ਤਾਂ ਇੱਕ ਤਰ੍ਹਾਂ ਦੀ ਨਾ ਜਿਹੜਾ ਸਟਾਫ ਹੈ ਸਟੇਸ਼ਨ ਦਾ, ਉਹਨੂੰ ਥੋੜਾ ਜਿਹਾ ਇੰਪੋਰਟੈਂਸ ਥੋੜੀ ਜਿਹੀ ਉਹਨਾਂ ਦੀ ਵੱਧ ਹੀ ਜਾਂਦੀ ਹੈ। ਕਿਉਂਕਿ ਹੁਣ ਉੱਥੇ ਸ਼ਾਪਕੀਪਰਸ ਵੀ ਆ ਗਏ, ਉਹ ਵੀ ਉਹਨਾਂ ਨੂੰ ਹੋ ਸਕਦਾ ਸਲਾਮ ਠੋਕਦੇ ਹੁਣ, ਹਾਂਜੀ ਸਟੇਸ਼ਨ ਮਾਸਟਰ ਜੀ ਨਮਸਕਾਰ, ਇੱਦਾਂ ਦਾ ਐ ਚੱਲਦਾ ਹੈ ਨਾ, ਕਿਉਂਕਿ ਉੱਥੇ ਉਹ ਕੰਮ ਕਰਦੇ ਨੇ, ਤਾਂ ਉਹਨਾਂ ਦੀ ਥੋੜੀ ਜਿਹੀ ਇੰਪੋਰਟੈਂਸ ਵੱਧ ਗਈ ਸਟੇਸ਼ਨ ਦੇ ਸਟਾਫ ਦੀ। Actually, the station master himself sells tickets through the pigeonhole in his office. ਹੁਣ ਖੁਦ ਸਟੇਸ਼ਨ ਮਾਸਟਰ ਹੈ ਜਿਹੜਾ, ਕਿਉਂਕਿ ਛੋਟਾ ਜਿਹਾ ਪਿੰਡ ਹੈ ਤਾਂ ਛੋਟਾ ਜਿਹਾ ਸਟੇਸ਼ਨ ਹੋਊਗਾ ਉੱਥੇ, ਰੇਲਵੇ ਸਟੇਸ਼ਨ, ਤਾਂ ਉੱਥੇ ਦਾ ਜਿਹੜਾ ਸਟੇਸ਼ਨ ਮਾਸਟਰ ਹੈ ਉਹ ਖੁਦ ਪਿਜਨ ਹੋਲ ਦਾ ਮਤਲਬ ਛੋਟੀ ਜਿਹੀ ਖਿੜਕੀ ਨੂੰ ਕਿਹਾ ਜਾਂਦਾ ਹੈ। ਉਹਨੂੰ ਆਪਾਂ, ਇੱਕ ਤਾਂ ਦੇਖੋ ਵੱਡੀ ਖਿੜਕੀ ਹੁੰਦੀ ਹੈ ਨਾ, ਲੇਕਿਨ ਜੇ ਬਹੁਤ ਛੋਟੀ ਜਿਹੀ ਖਿੜਕੀ ਹੁੰਦੀ ਹੈ ਜਿਹਦੇ 'ਚ ਸਿਰਫ ਮਤਲਬ ਆਪਾਂ ਹੱਥ ਹੀ ਪਾ ਸਕੀਏ ਤੇ ਉਹਦੇ 'ਚੋਂ ਆਪਾਂ ਟਿਕਟ ਲਈ ਪੈਸੇ ਦਈਏ ਤੇ ਫਿਰ ਟਿਕਟ ਲਈਏ, ਛੋਟਾ ਜਿਹਾ ਹੁੰਦਾ ਨਾ ਇੱਕ ਇਦਾਂ ਦਾ, ਤਾਂ ਉਹਨੂੰ ਪਿਜਨ ਹੋਲ ਕਹਿੰਦੇ ਆ। ਪਿਜਨ ਦਾ ਮਤਲਬ ਵੈਸੇ ਕਬੂਤਰ ਹੁੰਦਾ, ਠੀਕ ਹੈ, ਲੇਕਿਨ ਪਿਜਨ ਹੋਲ ਦਾ ਮਤਲਬ ਇੱਥੇ ਛੋਟੀ ਜਿਹੀ ਖਿੜਕੀ ਤੋਂ ਹੈ। ਤਾਂ ਉਸ ਖਿੜਕੀ ਦੇ ਵਿੱਚੋਂ ਦੀ ਉਹ ਟਿਕਟਸ ਵੀ ਸੈਲ ਕਰਦਾ। ਹਾਲਾਂਕਿ ਦੇਖੋ ਟਿਕਟ ਸੈਲ ਕਰਨਾ ਸਟੇਸ਼ਨ ਮਾਸਟਰ ਦਾ ਕੰਮ ਨਹੀਂ ਹੁੰਦਾ, ਇਹ ਬੁਕਿੰਗ ਕਲਰਕ ਦਾ ਕੰਮ ਹੁੰਦਾ ਹੈ। ਜੇ ਤੁਸੀਂ ਵੱਡੇ ਪਟਿਆਲੇ ਵਗੈਰਾ, ਲੁਧਿਆਣੇ ਵਗੈਰਾ ਸਟੇਸ਼ਨ ਤੇ ਜਾਓ ਤਾਂ ਉੱਥੇ ਇਹ ਕੰਮ ਬੁਕਿੰਗ ਕਲਰਕ ਦਾ ਹੁੰਦਾ ਹੈ, ਬੁੱਕ ਕਰਦਾ ਤੁਹਾਡੀਆਂ ਟਿਕਟਾਂ ਤੇ ਫਿਰ ਤੁਹਾਨੂੰ ਪੈਸੇ ਤੁਹਾਡੇ ਤੋਂ ਲੈ ਕੇ ਟਿਕਟ ਵਾਪਸ ਦਿੰਦਾ। ਲੇਕਿਨ ਉੱਥੇ ਬੁਕਿੰਗ ਕਲਰਕ ਦਾ ਕੰਮ ਕੌਣ ਕਰ ਰਿਹਾ ਹੈ? ਸਟੇਸ਼ਨ ਮਾਸਟਰ। ਕਲੈਕਟਸ them at the exit besides the door। ਅਤੇ ਜਦੋਂ ਟ੍ਰੇਨ ਆਂਦੀ ਹੈ ਤਾਂ ਟ੍ਰੇਨ ਤੋਂ ਯਾਤਰੀ ਉਤਰਦੇ ਆ, ਤੇ ਜਦੋਂ ਉਹਨਾਂ ਨੇ ਰੇਲਵੇ ਸਟੇਸ਼ਨ ਤੋਂ ਬਾਹਰ ਜਾਣਾ ਹੁੰਦਾ ਹੈ ਤਾਂ ਉਹ ਐਗਜ਼ਿਟ ਤੇ ਖੜਾ ਹੋ ਕੇ, ਐਗਜ਼ਿਟ ਸਮਝਦੇ ਹੋ ਨਾ, ਬਾਹਰ ਜਾਣ ਦਾ ਰਸਤਾ, ਐਗਜ਼ਿਟ ਖੜਾ ਹੋ ਕੇ ਉਹ ਉਹਨਾਂ ਤੋਂ ਟਿਕਟ ਵੀ ਪਕੜਦਾ ਹੈ। ਹਾਲਾਂਕਿ ਇਹ ਕੰਮ ਸਟੇਸ਼ਨ ਮਾਸਟਰ ਦਾ ਨਹੀਂ ਹੁੰਦਾ, ਇਹ ਕੰਮ ਕਿਹਦਾ ਹੁੰਦਾ ਹੈ? ਟਿਕਟ ਕਲੈਕਟਰ ਦਾ। ਵੱਡੇ ਸਟੇਸ਼ਨਾਂ ਦੇ ਉੱਪਰ ਇਹ ਕੰਮ ਕਿਹਦਾ ਹੁੰਦਾ ਹੈ? ਟਿਕਟ ਕਲੈਕਟਰ ਦਾ। ਤਾਂ ਡੋਰ ਤੇ ਖੜਾ ਹੋ ਕੇ, ਡੋਰ ਦੇ ਨਾਲ ਖੜਾ ਹੋ ਕੇ ਕੰਮ ਕਰਦਾ ਹੈ। ਐਂਡ ਸੈਂਡਸ ਐਂਡ ਰਿਸੀਵਸ ਮੈਸੇजेस ਓਵਰ ਦਾ ਟੈਲੀਗ੍ਰਾਫ ਟਿਕਰ ਔਨ ਹਿਸ ਟੇਬਲ। ਅਤੇ ਇਸ ਤੋਂ ਇਲਾਵਾ ਉਹਦੇ ਟੇਬਲ ਤੇ ਇੱਕ ਟੈਲੀਗ੍ਰਾਫ ਟਿਕਰ ਪਿਆ। ਟੈਲੀਗ੍ਰਾਫ ਟਿਕਰ ਇੱਕ ਬੇਟਾ ਮਸ਼ੀਨ ਹੁੰਦੀ ਹੈ, ਉਸ ਮਸ਼ੀਨ ਦੇ ਜ਼ਰੀਏ ਉਹ ਮੈਸੇਜ ਭੇਜਦਾ ਅਤੇ ਪ੍ਰਾਪਤ ਕਰਦਾ। ਟੈਲੀਗ੍ਰਾਫ ਟਿਕਰ ਤੁਹਾਡੇ ਗਲੋਸਰੀ ਚ ਵੀ ਆਇਆ ਹੋਇਆ। ਤਾਂ ਨੋਟਸ ਦੇ ਵਿੱਚ ਬੇਟਾ ਪਹਿਲਾ ਹੀ ਵਰਡ ਹੈ ਦਾ ਟੈਲੀਗ੍ਰਾਫ ਟਿਕਰ, a machine which is used to send messages by means of electric current along wires। ਵਾਇਰ ਦਾ ਮਤਲਬ ਤਾਰਾਂ ਦੇ ਜ਼ਰੀਏ ਇਲੈਕਟ੍ਰਿਕ ਕਰੰਟ ਭੇਜ ਕੇ ਆਪਾਂ ਕੋਈ ਛੋਟਾ ਜਿਹਾ ਮੈਸੇਜ ਭੇਜ ਸਕਦੇ ਹਾਂ ਜਾਂ ਰਿਸੀਵ ਕਰ ਸਕਦੇ ਹਾਂ। ਇਹਨੂੰ ਆਪਾਂ ਪੰਜਾਬੀ ਚ ਤਾਰ ਕਹਿੰਦੇ ਸੀ, ਕਿ ਤਾਰ ਆ ਗਈ ਪੁਰਾਣੇ ਜ਼ਮਾਨੇ ਚ, ਤਾਂ ਉਹਨੂੰ ਆਪਾਂ ਟੈਲੀਗ੍ਰਾਫ ਸਿਸਟਮ ਕਹਿੰਦੇ ਹਾਂ। ਅੱਜ ਕੱਲ ਵੀ ਯੂਜ਼ ਹੁੰਦਾ, ਐਸੀ ਗੱਲ ਨਹੀਂ ਹੈ। ਤੇ ਟੈਲੀਗ੍ਰਾਫ ਟਿਕਰ ਇਹ ਚੀਜ਼ ਹੈ, ਇੱਕ ਮਸ਼ੀਨ ਹੈ ਜਿਸ ਦੇ ਜ਼ਰੀਏ ਆਪਾਂ ਲਿਖਿਆ ਹੋਇਆ ਸੁਨੇਹਾ ਪ੍ਰਾਪਤ ਕਰਦੇ ਹਾਂ ਤੇ ਭੇਜਦੇ ਹਾਂ। ਇੱਥੋਂ ਇਹ ਪਤਾ ਚੱਲਦਾ ਹੈ ਕਿ ਜਿਹੜਾ ਸਟੇਸ਼ਨ ਮਾਸਟਰ ਹੈ ਉਹ ਦੇਖੋ ਕਿੰਨਾ ਮਿਹਨਤੀ ਹੈ। ਉਹ ਤਿੰਨ ਅਜਿਹੇ ਕੰਮ ਕਰ ਰਿਹਾ ਜੋ ਉਸਦੇ ਕੰਮ ਨਹੀਂ ਹੈਗੇ। ਸੰਦੇਸ਼ ਪ੍ਰਾਪਤ ਕਰਨਾ, ਭੇਜਣਾ ਉਹਦਾ ਕੰਮ ਨਹੀਂ ਹੈ। ਟੈਲੀਗ੍ਰਾਫ ਆਪਰੇਟਰ ਦਾ ਕੰਮ ਕਰ ਰਿਹਾ, ਉਹ ਬੁਕਿੰਗ ਕਲਰਕ ਦਾ ਕੰਮ ਕਰ ਰਿਹਾ ਹੈ, ਟਿਕਟ ਕਲੈਕਟਰ ਦਾ ਕੰਮ ਕਰ ਰਿਹਾ ਹੈ।
ਇੱਕ ਬੰਦਾ ਸਟਾਫ 'ਚ ਤਾਂ ਹੋ ਗਿਆ ਜੀ ਸਟੇਸ਼ਨ ਮਾਸਟਰ, ਜੋ ਬੜਾ ਮਿਹਨਤੀ ਹੈ। When there are people to notice him, he comes out on the platform and waves a green flag for trains which do not stop. ਹੁਣ ਤੁਹਾਨੂੰ ਪਤਾ ਬੇਟਾ ਕਿ ਜਿਹੜਾ ਉਹ ਸਟੇਸ਼ਨ ਹੈ ਉਹ ਛੋਟਾ ਜਿਹਾ ਸਟੇਸ਼ਨ ਹੈ, ਉੱਥੇ ਕਈ ਟ੍ਰੇਨਸ ਤਾਂ ਰੁਕਦੀਆਂ ਹੀ ਨਹੀਂ। ਜਿਹੜੀਆਂ ਟ੍ਰੇਨਸ ਨਹੀਂ ਰੁਕਦੀਆਂ ਹੁੰਦੀਆਂ ਉਹਨਾਂ ਨੂੰ ਉਹ ਗ੍ਰੀਨ ਸਿਗਨਲ ਵੀ ਦਿੰਦਾ ਆ ਕੇ, ਜਦੋਂ ਲੋਕੀ ਉਸ ਨੂੰ ਨੋਟਿਸ ਕਰਦੇ ਨੇ। when there are people to notice him, ਕਈ ਵਾਰੀ ਉਹ ਨਹੀਂ ਵੀ ਆਂਦਾ। ਇੱਥੇ ਦੇਖੋ ਇੱਕ ਕੰਡੀਸ਼ਨ ਲਾਈ ਹੋਈ ਹੈ ਕਿ ਜੇ ਸਟੇਸ਼ਨ ਦੇ ਉੱਪਰ ਲੋਕੀ ਬੈਠੇ ਨੇ ਤੇ ਕੋਈ ਟ੍ਰੇਨ ਆ ਗਈ, ਫਿਰ ਉਹ ਬਾਹਰ ਆਂਦਾ, ਕਮਸ ਆਊਟ ਔਨ ਦਾ ਪਲੇਟਫਾਰਮ ਤੇ ਆਂਦਾ ਅਤੇ ਗ੍ਰੀਨ ਫਲੈਗ ਟ੍ਰੇਨਸ ਨੂੰ ਦਿਖਾਉਂਦਾ ਹੈ, ਹਰਾ ਝੰਡਾ ਦਿਖਾਉਂਦਾ ਹੈ। ਗ੍ਰੀਨ ਦਾ ਮਤਲਬ ਕਹਿੰਦਾ ਗੋ, ਰੈਡ ਦਾ ਮਤਲਬ ਸਟਾਪ, ਤਾਂ ਉਹ ਗ੍ਰੀਨ ਝੰਡਾ ਦਿਖਾਉਂਦਾ ਹੈ ਤਾਂ ਕਿ ਟ੍ਰੇਨ ਲੰਘ ਜਾਵੇ। ਤੇ ਉਹਨਾਂ ਟ੍ਰੇਨਾਂ ਨੂੰ ਕਹਿੰਦਾ ਹੈ ਵੀ ਜਿਹੜੀਆਂ ਸਟਾਪ ਨਹੀਂ ਕਰਦੀਆਂ ਉੱਥੇ, ਮਤਲਬ ਕਿ ਦੇਖੋ ਟ੍ਰੇਨ ਨੇ ਤਾਂ ਲੰਘ ਹੀ ਜਾਣਾ, ਜੇ ਉਹ ਨਹੀਂ ਵੀ ਆਊਗਾ ਤਾਂ ਵੀ ਟ੍ਰੇਨ ਲੰਘ ਜੂਗੀ, ਲੇਕਿਨ ਉਹਦੀ ਡਿਊਟੀ ਹੈ ਇਹ ਸਟੇਸ਼ਨ ਮਾਸਟਰ ਦੀ, ਕਹਿੰਦੇ ਨੇ ਹਰ ਟ੍ਰੇਨ ਨੂੰ ਜਿਸਨੇ ਨਹੀਂ ਰੁਕਣਾ, ਕ੍ਰਾਸ ਕਰਨਾ ਤੇਰੇ ਸਟੇਸ਼ਨ, ਤੈਨੂੰ ਉਸ ਨੂੰ ਗ੍ਰੀਨ ਸਿਗਨਲ ਦਿਖਾਣਾ ਹੈ। ਤਾਂ ਜਦੋਂ ਲੋਕੀ ਉੱਥੇ ਬੈਠੇ ਹੁੰਦੇ ਨੇ ਫਿਰ ਉਹ ਆ ਕੇ ਦਿਖਾਉਂਦਾ ਹੈ। ਸ਼ਾਇਦ ਜਦੋਂ ਲੋਕੀ ਉੱਥੇ ਨਹੀਂ ਬੈਠਦੇ ਉਦੋਂ ਸ਼ਾਇਦ ਉਹ ਨਾ ਆਉਂਦਾ ਹੋਵੇ। ਇੱਥੇ ਕਹਿਣ ਦਾ ਮਤਲਬ ਇਹ ਹੈ, his only assistant manipulates the levers in the glass cabin on the platform. ਉਹਦਾ ਇੱਕੋ ਹੀ ਅਸਿਸਟੈਂਟ ਹੈ ਜੀ, ਅਸਿਸਟੈਂਟ ਮਤਲਬ ਸਹਾਇਕ, ਉਸਦਾ ਇੱਕੋ ਹੀ ਅਸਿਸਟੈਂਟ ਹੈ ਜਿਹੜਾ ਕਿ ਇੱਕ ਗਲਾਸ ਕੈਬਿਨ ਦੇ ਵਿੱਚ, ਪਲੇਟਫਾਰਮ ਤੇ ਇੱਕ ਗਲਾਸ ਕੈਬਿਨ ਬਣਿਆ ਹੋਇਆ ਹੈ, ਗਲਾਸ ਦਾ ਬਣਿਆ ਹੋਇਆ ਆਲੇ ਦੁਆਲੇ, ਤਾਂ ਉਹਦੇ ਵਿੱਚੋਂ ਲੀਵਰ ਨੂੰ ਮੈਨੀਪੂਲੇਟ ਕਰਦਾ ਹੈ। ਨਾ ਮੈਨੀਪੂਲੇਟ ਦਾ ਮਤਲਬ ਹੁੰਦਾ ਬੇਟਾ ਹੈਂਡਲਸ ਵਿਦ ਸਕਿੱਲ। ਹੈਂਡਲ ਦਾ ਮਤਲਬ ਹੁੰਦਾ ਹੈਂਡਲ ਕਰਨਾ, ਸਕਿੱਲ ਦਾ ਮਤਲਬ ਕੁਸ਼ਲਤਾ ਦੇ ਨਾਲ। ਦੇਖੋ ਜੇ ਤੁਸੀਂ ਕਦੇ ਨਾ ਰੇਲਵੇ ਸਟੇਸ਼ਨ ਤੇ ਜਾਓ ਤਾਂ ਉਹ ਗਲਾਸ ਕੈਬਿਨ ਦੇਖੋ, ਉੱਥੇ ਵੱਡੇ ਵੱਡੇ ਲੀਵਰ ਲੱਗੇ ਹੁੰਦੇ ਆ, ਤਾਂ ਜਦੋਂ ਤੁਸੀਂ ਉਹ ਲੀਵਰ ਨੂੰ ਪੁੱਲ ਕਰਦੇ ਹੋ ਤਾਂ ਕੰਡਾ ਬਦਲ ਜਾਂਦਾ ਹੈ, ਟਰੈਕ ਦਾ ਕੰਡਾ ਬਦਲ ਜਾਂਦਾ ਹੈ, ਤਾਂ ਟ੍ਰੇਨ ਨੂੰ ਫਿਰ ਰਸਤਾ ਮਿਲ ਜਾਂਦਾ ਹੈ ਵੀ ਉਹਨੇ ਕਿਹੜੇ ਸਾਈਡਿੰਗ ਤੋਂ ਜਾਣਾ। ਤਾਂ ਮੈਂ ਦੱਸਿਆ ਸੀ ਨਾ ਰੇਲਵੇ ਸਟੇਸ਼ਨ ਦੇ ਉੱਪਰ ਕਈ ਸਾਰੀਆਂ ਸਾਈਡਿੰਗਸ ਬਣੀਆਂ ਹੋਈਆਂ, ਉਹ ਸਾਈਡਿੰਗਸ ਦੇ ਉੱਪਰ ਲੈ ਕੇ ਜਾਣ ਦੇ ਲਈ ਉਹ ਲੀਵਰ ਨੂੰ ਮੈਨੀਪੂਲੇਟ ਕਰਨਾ ਪੈਂਦਾ ਹੈ, ਲੀਵਰ ਨੂੰ ਹੈਂਡਲ ਕਰਨਾ ਪੈਂਦਾ ਹੈ। ਤੇ ਉਹ ਕੌਣ ਕੰਮ ਕਰਦਾ ਹੈ ਜੀ? ਸਟੇਸ਼ਨ ਮਾਸਟਰ ਦਾ ਸਹਾਇਕ, ਅਸਿਸਟੈਂਟ ਟੂ ਦਾ ਸਟੇਸ਼ਨ ਮਾਸਟਰ। ਤਾਂ ਸਟਾਫ 'ਚ ਦੋ ਹੀ ਬੰਦੇ ਨੇ, ਇੱਕ ਸਟੇਸ਼ਨ ਮਾਸਟਰ ਹੈ, ਇੱਕ ਉਹਦਾ ਅਸਿਸਟੈਂਟ ਹੈ। which control the signals on either side and helps shunting engines by changing hand points on the tracks to get them on the sidings. ਤਾਂ ਉਹੀ ਗੱਲ ਕਹੀ ਗਈ ਬੇਟਾ ਜਿਹੜੀ ਤੁਹਾਨੂੰ ਦੱਸੀ ਹੈ ਕਿ ਗਲਾਸ ਕੈਬਿਨ ਦੇ ਵਿੱਚ ਜਦੋਂ ਲੀਵਰ ਨੂੰ ਹੈਂਡਲ ਕਰਦਾ ਹੈ, ਉਸ ਨੂੰ ਮੂਵ ਕਰਦਾ ਹੈ, ਉਹਦੇ ਨਾਲ ਜਿਹੜਾ ਸਿਗਨਲ ਹੈ ਦੋਨਾਂ ਪਾਸੇ ਦਾ ਕੰਟਰੋਲ ਕਰਦਾ, ਉਹ ਉਧਰੋਂ ਵੀ ਇੱਧਰ ਵੀ, ਅਤੇ ਉਹ ਇੰਜਨ ਦੀ ਸ਼ੰਟਿੰਗ ਕਰਦਾ ਹੈ। ਸ਼ੰਟਿੰਗ ਇੰਜਨ ਦੀ ਸ਼ੰਟਿੰਗ ਵੀ ਹੁੰਦੀ ਹੈ। ਸ਼ੰਟਿੰਗ ਇੰਜਨ ਦਾ ਮਤਲਬ ਪਤਾ ਕੀ ਹੁੰਦਾ ਹੈ ਕਿ ਜਦੋਂ ਇੱਕ ਗੱਡੀ ਦਾ ਇੰਜਨ ਉਤਾਰ ਕੇ ਦੂਜਾ ਚੜਾਇਆ ਜਾਂਦਾ ਜਾਂ ਉਸ ਨੂੰ ਦੂਜੇ ਪਾਸੇ ਲੈ ਕੇ ਜਾਂਦੇ, ਉਹਨੂੰ ਸ਼ੰਟਿੰਗ ਇੰਜਨਸ ਕਹਿੰਦੇ ਆ। ਇੰਜਨ ਚੇਂਜ ਹੁੰਦੇ ਰਹਿੰਦੇ ਨਾ ਗੱਡੀ ਦੇ, ਉਹਨੂੰ ਸ਼ੰਟਿੰਗ ਇੰਜਨਸ ਕਹਿੰਦੇ ਆ। ਤਾਂ ਉਹ ਕਿਵੇਂ ਕਰਦਾ ਹੈ? ਬਾਈ ਚੇਂਜਿੰਗ ਹੈਂਡ ਪੁਆਇੰਟਸ, ਉੱਥੇ ਪੁਆਇੰਟਸ ਲੱਗੇ ਆ, ਤਰ੍ਹਾਂ ਤਰ੍ਹਾਂ ਦੇ ਲੀਵਰ ਹੈ, ਤੇ ਉਹਦੇ ਨਾਲ ਫਿਰ ਉਹ ਟਰੈਕਸ ਤੇ ਜਿਹੜੇ ਸਾਈਡਿੰਗਸ ਦੇ ਟਰੈਕਸ ਬਣੇ ਹੋਏ ਨੇ ਉਹਨਾਂ ਤੇ ਚੜਾ ਕੇ ਇੰਜਨ ਦੀ ਸ਼ੰਟਿੰਗ ਕੀਤੀ ਜਾਂਦੀ ਹੈ। ਇੱਕ ਹੋਰ ਕੰਮ ਦੱਸਿਆ ਹੋਇਆ ਹੈ, ਕਹਿੰਦੇ ਇਨ ਦਾ ਈਵਨਿੰਗਸ ਹੀ ਲਾਈਟਸ ਦਾ ਲੌਂਗ ਲਾਈਨ ਆਫ ਲੈਂਪਸ ਔਨ ਦਾ ਪਲੇਟਫਾਰਮ। ਸ਼ਾਮ ਨੂੰ ਕੀ ਕਰਦਾ ਜੀ? ਉਹ ਪਲੇਟਫਾਰਮ ਦੇ ਉੱਪਰ ਬਹੁਤ ਸਾਰੀਆਂ ਲੌਂਗ ਲਾਈਨ ਆਫ ਲੈਂਪਸ ਲੱਗੀ ਹੋਈ ਹੈ, ਬਹੁਤ ਸਾਰੇ ਬਲਬ ਲੱਗੇ ਹੋਏ ਹੈ, ਕਾਫੀ ਜ਼ਿਆਦਾ ਲੱਗੇ ਹੋਏ ਹੈ, ਉਹਨਾਂ ਨੂੰ ਉਹ ਲਾਈਟ ਕਰਦਾ ਹੈ, ਜਲਾਉਂਦਾ ਹੈ, ਇਹ ਉਹਦਾ ਕੰਮ ਹੈ। He takes heavy aluminum lamps to the signals and sticks them in the clamps behind the red and green glass. ਉਹ ਕੀ ਕਰਦਾ ਸ਼ਾਮ ਨੂੰ? ਐਲੂਮੀਨੀਅਮ ਲੈਂਪ ਲੈ ਜਾਂਦਾ ਹੈ ਆਪਣੇ ਨਾਲ, ਐਲੂਮੀਨੀਅਮ ਦੇ ਬਣੇ ਹੋਏ ਲੈਂਪ ਲੈ ਜਾਂਦਾ ਹੈ, ਸਿਗਨਲਸ ਦੇ ਕੋਲੇ ਲੈ ਜਾਂਦਾ ਹੈ, ਅਤੇ ਸਿਗਨਲ ਦੇ ਨਾਲ ਨਾ ਕਲੈਂਪ ਲੱਗੇ ਹੁੰਦੇ ਆ, ਉਹ ਕਲੈਂਪ ਦੇ ਵਿੱਚ ਉਹਨਾਂ ਲੈਂਪਸ ਨੂੰ ਟਿਕਾ ਦਿੰਦਾ। ਜਿਵੇਂ ਦੇਖੋ ਤੁਹਾਡੇ ਹੋਲਡਰ ਲੱਗਿਆ ਬੇਟਾ, ਹੋਲਡਰ ਦੇ ਵਿੱਚ ਅੰਦਰ ਕਲੈਂਪ ਹੁੰਦਾ ਹੈ, ਜਦ ਆਪਾਂ ਉਹਨੂੰ ਬਲਬ ਨੂੰ ਪਾ ਕੇ ਆਏ ਥੋੜਾ ਜਿਹਾ ਘੁਮਾਉਂਦੇ ਆ ਤਾਂ ਬਲਬ ਉਹਦੇ ਵਿੱਚ ਫਸ ਜਾਂਦਾ, ਉਹਨੂੰ ਕਲੈਂਪ ਕਹਿੰਦੇ ਆ। ਇਸੇ ਤਰੀਕੇ ਦੇ ਨਾਲ ਰੈੱਡ ਐਂਡ ਗ੍ਰੀਨ ਜਿਹੜੀਆਂ ਲਾਈਟਸ ਹੁੰਦੀਆਂ ਨੇ ਉਹਨਾਂ ਦੇ ਕਲੈਂਪ ਲੱਗੇ ਹੁੰਦੇ ਨੇ, ਤਾਂ ਉਹਨਾਂ ਦੇ ਵਿੱਚ ਉਹ ਐਲੂਮੀਨੀਅਮ ਲੈਂਪਸ ਨੂੰ ਫਸਾ ਦਿੰਦਾ। ਇਹ ਉਹਦਾ ਰੋਜ਼ ਦਾ ਕੰਮ ਹੈ। ਕਦੋਂ ਕਰਦਾ ਇਹ ਕੰਮ ਉਹ? ਇਨ ਦਾ ਈਵਨਿੰਗ। ਇਨ ਦਾ ਮਾਰਨਿੰਗਸ ਹੀ ਬ੍ਰਿੰਗ them back and puts out the lights on the platform.
ਉਹ ਵਾਪਸ ਉਤਾਰ ਕੇ ਲੈ ਕੇ ਆਂਦਾ ਲੈਂਪ, ਸਵੇਰ ਵੇਲੇ ਲੈਂਪ ਨੂੰ ਉਤਾਰ ਕੇ ਲੈ ਕੇ ਆਂਦਾ ਹੈ ਅਤੇ ਪਲੇਟਫਾਰਮ ਦੀਆਂ ਲਾਈਟਸ ਨੂੰ ਬੰਦ ਕਰ ਦਿੰਦਾ ਹੈ। ਇੱਥੇ ਦੇਖੋ ਪੁੱਟ ਆਊਟ ਸ਼ਬਦ ਆਇਆ ਹੈ, ਇਟਸ ਅ ਫਰੇਜ਼ਲ ਵਰਬ। ਦੇਖੋ ਪੁੱਟ ਦਾ ਮਤਲਬ ਹੁੰਦਾ ਵੈਸੇ ਪੁੱਟਣਾ, ਜ਼ਮੀਨ ਪੁੱਟਣ ਨੂੰ ਪੁੱਟ ਕੇ ਆ ਜਾਂਦਾ ਹੈ, ਇਹਦੀਆਂ ਵਰਬ ਦੀਆਂ ਫਾਰਮਸ ਹੁੰਦੀਆਂ ਪੁੱਟ। ਲੇਕਿਨ ਜੇਕਰ ਆਪਾਂ ਪੁੱਟ ਦੇ ਪਿੱਛੇ ਆਊਟ ਪਾ ਦਈਏ, ਪੁੱਟ ਆਊਟ, ਇਹ ਫਰੇਜ਼ਲ ਵਰਬ ਬਣ ਜਾਂਦੀ ਹੈ। ਇਹਦਾ ਮਤਲਬ ਹੁੰਦਾ ਬੁਝਾ ਦੇਣਾ। ਸਪੋਜ਼ ਕਰੋ ਇੱਕ ਕੈਂਡਲ ਹੈ, ਉਹ ਜਲ ਰਹੀ ਹੈ ਤੇ ਤੁਸੀਂ ਉਸ ਨੂੰ ਜੇ ਬੁਝਾਉਂਦੇ ਹੋ ਤਾਂ ਤੁਸੀਂ ਕੀ ਕੀਤਾ, ਯੂ ਪੁੱਟ ਆਊਟ ਦਾ ਕੈਂਡਲ, ਤੁਸੀਂ ਕੈਂਡਲ ਨੂੰ ਬੁਝਾਉਤਾ। ਇਸੇ ਤਰੀਕੇ ਦੇ ਨਾਲ ਉਹਨੇ ਕੀ ਕੀਤਾ, ਜਿਹੜੇ ਲੈਂਪਸ ਆ ਉਹਨਾਂ ਨੂੰ ਬੰਦ ਕਰਤਾ। ਮਾਰਨਿੰਗ ਦੇ ਵਿੱਚੋਂ ਇਹ ਕੰਮ ਕਰਦਾ ਹੈ।